ਜਿਹੁ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਭਾਵ ਵਿੱਚ ਸਜੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੀ ਜਿਹੀ ਆਵਾਜ਼ ਘੱਟ ਕਰ। ਗੁਰੂ ਪਾਤਸ਼ਾਹ ਜੀ ਨੇ ਆਪਣੀਆਂ ਰਹਿਮਤਾਂ ਵਰਤਾਈਆਂ ਹਰ ਸਾਲ ਦੀ ਤਰ੍ਹਾਂ। ਆਪਣੀ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸਤਿਗੁਰੂ ਜੀ ਜੋ ਸੇਵਾ ਲੈ ਰਹੇ ਨੇ, ਸਿੱਖ ਕੌਮ ਦੀ ਮਾਣਮੱਤੀ ਸੰਸਥਾ ਕਲਗੀਧਰ ਟਰਸਟ ਬੜੂ ਸਾਹਿਬ, ਐਜੂਕੇਸ਼ਨ ਦੇ ਖੇਤਰ ਵਿੱਚ ਜਿੱਥੇ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ, ਉਹ ਵਿੱਦਿਆ ਕਿਤੇ ਖੁਸ਼ਕ ਨਾ ਕਰਦੇ ਸਾਡੇ ਦਿਮਾਗ ਨੂੰ। ਇਸ ਲਈ ਨਾਲ ਬਾਣੀ ਦਾ ਬੋਧ, ਬਾਣੀ ਦਾ ਰਸ, ਗੁਰਮਤਿ ਦਾ ਰੰਗ ਉਹ ਜ਼ਰੂਰੀ ਚਾੜਿਆ ਜਾ ਰਿਹਾ ਸਾਧ ਸੰਗਤ। ਇਸ ਉਦਮ ਨੂੰ ਨਮਸਕਾਰ ਹੈ। ਥਾਂ ਪਰ ਥਾਂ ਲਗਾਤਾਰ ਸਕੂਲਾਂ ਵਿੱਚ ਜਿੰਨੀਆਂ ਵੀ ਅਕੈਡਮੀਜ਼ ਨੇ, ਗੁਰਮਤਿ ਦੀ ਪਰਪੱਕਤਾ, ਇੱਕ ਚੰਗਾ ਉੱਚਾ ਸੁੱਚਾ ਜੀਵਨ ਸਿਰਜਣ ਵਾਸਤੇ, ਬੱਚਿਆਂ ਦੇ ਆਦਰਸ਼ਕ ਜੀਵਨ ਵਾਸਤੇ ਬਹੁਤ ਪਿਆਰੇ ਤਰੀਕੇ ਦੇ ਨਾਲ, ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਜਾਤ ਵਿਤਕਰੇ ਦੇ, ਸਭ ਨੂੰ ਇਸ ਅਮੁੱਲੇ ਗੁਣਾਂ ਦੇ ਨਾਲ ਭਰਪੂਰ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦਾ ਸ਼ੁਕਰ ਹੈ, ਮਹਾਰਾਜ ਆਪ ਸੇਵਾ ਲੈ ਰਹੇ ਨੇ। ਸਾਧ ਸੰਗਤ, ਸਾਡੀ ਜ਼ਿੰਦਗੀ ਅੰਦਰ ਜਿਹੜਾ ਸਭ ਤੋਂ ਵੱਡਾ ਬਦਲਾਅ ਹੈ, ਜਿਹੜਾ ਸਭ ਤੋਂ ਵੱਡਾ ਅਸਰ ਹੁੰਦਾ, ਅਸਰ ਕਬੂਲ ਦੀ ਹੈ ਜਿਹੜੀ ਸਾਡੀ ਜ਼ਿੰਦਗੀ, ਉਹ ਸੰਗਤ ਦਾ ਕਬੂਲ ਦੀ ਹੈ। ਜਦੋਂ ਵੀ ਜ਼ਿੰਦਗੀ 'ਚ ਬਦਲਾਅ ਆਉਣਾ, ਭਾਵੇਂ ਉਹ ਚੰਗਾ ਬਦਲਾਅ ਹੈ, ਭਾਵੇਂ ਉਹ ਮਾੜਾ ਹੈ, ਉਹਦੇ ਪਿੱਛੇ ਇੱਕ ਵੱਡਾ ਕਾਰਨ ਸੰਗਤ ਹੁੰਦੀ ਹੈ। ਬੰਦਾ ਉੱਤਮ ਜੀਵਨ ਵਾਲਾ ਬਣ ਸਕਦਾ ਹੈ ਜੇ ਸੰਗਤ ਉੱਤਮ ਮਿਲ ਜਾਏ। ਮਨੁੱਖ ਨੀਚ ਜੀਵਨ ਵਾਲਾ ਵੀ ਬਣ ਸਕਦਾ ਹੈ ਜੇ ਕੋ ਸੰਗਤ ਮਿਲ ਜਾਏ। ਗੁਰਦੇਵ ਜੀ ਕਹਿੰਦੇ ਨੇ ਜੀ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਔਗਣ ਧੋਵੈ। ਗੁਣ ਕੋ ਧਾਵੈ, ਦੌੜ ਕਿਹੜੇ ਪਾਸੇ ਲੱਗਦੀ ਉੱਤਮ ਸੰਗਤ ਨਾਲ? ਗੁਣਾਂ ਵਾਲੇ ਪਾਸੇ। ਔਗਣਾਂ ਦੀ ਮੈਲ ਧੋਤੀ ਜਾਂਦੀ ਹੈ, ਅੰਤਸ਼ਕਰਨ ਨਾਲੋਂ ਨਾਲ ਸ਼ੁੱਧ ਹੋਈ ਜਾਂਦਾ, ਗੰਦਗੀ ਧੋਤੀ ਜਾਂਦੀ ਹੈ ਤੇ ਸੁਗੰਧ ਆ ਜਾਂਦੀ ਹੈ, ਬਦਬੂ ਚਲੀ ਜਾਂਦੀ ਹੈ ਤੇ ਖੁਸ਼ਬੂ ਆ ਜਾਂਦੀ। ਸਾਧ ਸੰਗਤ, ਚੰਗਾ ਬਦਲਾਅ ਵੀ ਸੰਗਤ ਨਾਲ ਆਉਂਦਾ ਹੈ ਤੇ ਮਾੜਾ ਬਦਲਾਅ ਵੀ ਕੁਸੰਗਤ ਨਾਲ ਆਉਂਦਾ ਹੈ। ਚੰਗੀ ਸੰਗਤ ਹੈ, ਚੰਗਾ ਬਦਲਾਅ ਹੈ। ਮਾੜੀ ਸੰਗਤ, ਮਾੜੀ ਸੋਹਬਤ ਹੈ, ਮਾੜਾ ਬਦਲਾਅ ਹੈ। ਬਾਣੀ ਦੇ ਅੰਦਰ ਬਹੁਤਾ ਜ਼ੋਰ ਜਿਹੜਾ ਦਿੱਤਾ ਗਿਆ, ਉਹ ਮਹਿਮਾ ਸਾਧੂ ਸੰਗ ਕੀ ਹੈ। ਮੈਲ ਖੋਈ, ਕੋਟ ਅਗ ਹਰੇ, ਨਿਰਮਲ ਭਏ ਚੀਤਾ। ਹੁਣ ਚਿੱਤ ਧੋਣ ਦਾ ਹੋਰ ਸਾਧਨ ਨਹੀਂ ਸੀ ਬੰਦੇ ਕੋਲ ਕੋਈ। ਹੱਥ ਧੋਣ ਦਾ, ਸਰੀਰ ਧੋਣ ਦਾ, ਕੱਪੜੇ ਧੋਣ ਦਾ ਤੇ ਸਾਧਨ ਹੈਗਾ ਸੀ। ਪਾਣੀ ਧੋਤਾ ਉਤਰਸ ਖੇਹ, ਦੇ ਸਾਬੂਨ, ਇਹ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਚਿੱਤ ਧੋਣ ਦਾ ਹੋਰ ਸਾਧਨ ਕੋਈ ਨਹੀਂ ਸੀ ਸਾਧ ਸੰਗਤ। ਚਿੱਤ ਧੋਣ ਦਾ ਇੱਕੋ ਹੀ ਸਾਧਨ ਸੀ, ਸੰਗਤ। ਨਿਰਮਲ ਹੁੰਦਾ ਚਿੱਤ। ਗੁਰਦੇਵ ਜੀ ਕਹਿੰਦੇ ਮੈਲ ਖੋਈ, ਖੋਈ ਸ਼ਬਦ ਅਰਥ ਹੈ ਨਾਸ਼ ਹੋ ਗਈ। ਜਿਹੜੀ ਮਲੀਨਤਾ ਸਾਡੇ ਅੰਤਸ਼ਕਰਨ ਦੇ ਅੰਦਰ ਸੀ ਨਾ ਜੀ, ਅੰਦਰ ਈਰਖਾ ਉੱਠਦੀ ਸੀ, ਨਫ਼ਰਤ ਉੱਠਦੀ ਸੀ, ਨਿੰਦਿਆ ਉੱਠਦੀ ਸੀ, ਬਖੀਲੀ ਉੱਠਦੀ ਸੀ, ਕਿਸੇ ਨਾਲ ਵੈਰ, ਕਿਸੇ ਪ੍ਰਤੀ ਕ੍ਰੋਧ, ਪਤਾ ਨਹੀਂ ਅੰਦਰੇ ਅੰਦਰ ਸੜ ਰਹੇ ਅਸੀਂ।
ਇਹਨੂੰ ਸ਼ਾਂਤ ਕਰਨ ਦਾ, ਇਹਨੂੰ ਬੁਝਾਉਣ ਦਾ ਇੱਕੋ ਹੀ ਇੱਕ ਸਾਧਨ ਸੀ, ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਬਣ ਆਈ। ਬੰਦੇ ਦੀ ਵੱਡੀ ਸਮੱਸਿਆ, ਉਹ ਰਿਸ਼ਤੇਦਾਰਾਂ ਦੇ ਨਹੀਂ ਮਿਲ ਕੇ ਬਹਿੰਦਾ, ਮੇਰੀ ਬਣਦੀ ਨਹੀਂ ਹੈ। ਬੜੇ ਬੜੇ ਨੇੜੇ ਦੇ ਰਿਸ਼ਤੇ ਟੁੱਟ ਜਾਂਦੇ ਸਾਧ ਸੰਗਤ ਜੀ, ਸਾਡੀ ਬਣਦੀ ਨਹੀਂ ਹੈ। ਪਤੀ ਪਤਨੀ ਕਹਿੰਦੀ ਮੇਰੀ ਬਣਦੀ ਨਹੀਂ। ਸਗਲ ਸੰਗ, ਜਿੱਦਣ ਸੱਤ ਸੰਗੀ ਪਾਹ ਚੜ੍ਹਦੀ ਹੈ ਜੀ, ਉਦਣ ਸਾਰਿਆਂ ਨਾਲ ਬਣ ਆ ਜਾਂਦੀ ਹੈ। ਕੋਈ ਬਗਾਨਾ ਨਹੀਂ ਰਹਿ ਜਾਂਦਾ, ਕੋਈ ਵੈਰੀ ਨਹੀਂ ਰਹਿ ਜਾਂਦਾ। ਵਿਸਰ ਗਈ ਸਭ ਤਾਤ, ਤਾਤ ਸ਼ਬਦ ਈਰਖਾ, ਨਫ਼ਰਤ, ਵੈਰ। ਨਿਰਮਲ ਭਏ ਚੀਤਾ, ਇਹ ਈਰਖਾ ਨਹੀਂ ਸੀ ਮੁੱਕਦੀ, ਜਿਹਦੇ ਵਿੱਚੋਂ ਨਿੰਦਿਆ ਜਨਮ ਲੈਂਦੀ ਸੀ, ਦਵੈਸ਼ ਜਨਮ ਲੈਂਦਾ ਸੀ। ਅਸੀਂ ਦੂਜੇ ਦਾ ਤੇ ਪਤਾ ਨਹੀਂ ਕੁਝ ਵਿਗਾੜਦੇ ਹਾਂ ਕਿ ਨਹੀਂ ਵਿਗਾੜਦੇ, ਪਰ ਆਪਣੇ ਆਪ ਨੂੰ ਜ਼ਰੂਰ ਅੱਗ ਲਾ ਲੈਂਦੇ। ਇਕੱਲੇ ਹੀ ਬੈਠੇ ਕ੍ਰਿਜੀ ਜਾ ਰਹੇ ਹਾਂ, ਉਹ ਮੈਨੂੰ ਚੰਗਾ ਨਹੀਂ ਲੱਗਦਾ, ਉਹ ਆਪਣੇ ਘਰ ਬੈਠਾ, ਉਹ ਚੈਨ ਦੀ ਨੀਂਦ ਸੁੱਤਾ ਹੋਏਗਾ ਤੇ ਅਸੀਂ ਕ੍ਰਿਜੀ ਜਾ ਰਹੇ ਹਾਂ ਅੰਦਰ ਹੀ ਅੰਦਰ, ਦਿਨ ਰਾਤ। ਇਹ ਤਾਤ ਪਰਾਈ ਸਭ ਖਤਮ ਹੋ ਗਈ। ਕਦੋਂ ਖਤਮ ਹੋਈ ਜੀ? ਪਰਾਈ ਈਰਖਾ ਅੱਗ ਸੜ ਰਿਹਾ ਜਿਹੜਾ। ਜਬ ਤੇ ਸਾਧ ਸੰਗਤ ਮੋਹੇ ਪਾਈ। ਜਬ ਤੇ, ਜਦੋਂ ਤੋਂ ਸੰਗਤ ਮਿਲੀ, ਸਾਧ ਸੰਗਤ ਮਿਲੀ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ, ਮਲ ਰਹਿਤ ਹੋਇਆ ਚਿੱਤ ਜੀ। ਚਿੱਤ ਨੂੰ ਧੋਣ ਦਾ ਕੋਈ ਸਾਧਨ ਨਹੀਂ ਸੀ। ਬੜੀ ਦੁਨੀਆ ਤੇ ਤੀਰਥ ਨਦੀਆਂ ਨਾਲੇ, ਸਭ ਤਨ ਦੀ ਅਰੋਗਤਾ, ਤਨ ਦੀ ਤੰਦਰੁਸਤੀ ਵਾਸਤੇ ਸੀ। ਚਿੱਤ ਨੂੰ ਧੋਣ ਦਾ ਇੱਕੋ ਹੀ ਸਾਧਨ ਹੈ, ਸਾਧੂ ਸੰਗ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਇਹ ਉਦਮ ਕਰ, ਇਹਦੇ ਨਾਲ ਕਾਲ ਦੀਆਂ ਫਾਹੀਆਂ ਕੱਟੀਆਂ ਜਾਣੀਆਂ। ਸਾਧ ਕੈ ਸੰਗ ਨਾਹੀ ਕਸ਼ਕਾਲ, ਦਰਸ਼ਨ ਭੇਟਤ। ਬੜੇ ਬੜੇ ਲੋਕੀ ਤਪ ਕਰ ਰਹੇ, ਸਾਧਨਾ ਕਰ ਰਹੇ, ਸਰੀਰ ਸੁੱਕ ਗਏ, ਪਿੰਜਰ ਹੋ ਗਏ, ਭੁੱਖੇ ਨੰਗੇ ਕੁੰਦਰਾਂ ਪਹਾੜਾਂ ਬਰਫਾਂ 'ਚ। ਕੁਛ ਨਹੀਂ ਕਰਨਾ ਪਿਆ ਜੀ। ਜਿੱਦਾਂ ਦੀ ਸਾਧਨਾ ਸੰਸਾਰ ਕਰ ਰਿਹਾ ਸੀ, ਜਿੱਦਾਂ ਦਾ ਤਪ ਜਗਤ ਕਰ ਰਿਹਾ ਸੀ, ਕੁਝ ਨਹੀਂ ਕਰਨਾ ਗਿਆ, ਪਰ ਕਰਨਾ ਪਿਆ। ਸੰਗਤ ਵਿੱਚ ਜੁੜੇ, ਸਹਿਜ ਨਾਲ ਜੁੜੇ, ਤੇ ਉਹ ਕਿੰਨਾ ਸੌਖਾ ਤਰੀਕਾ ਹੈ ਜੀ। ਨਾ ਹੀ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਨਾ ਉਹ ਤੇਰਾ ਨਿਰੰਕਾਰ ਹੈ, ਨਾ ਇਹ ਲਿਆ ਨਰਕ ਨਾ ਜਾਈਏ। ਜਦੋਂ ਸੰਗਤ 'ਚ ਜੁੜ ਕੇ ਸੁਰਤ ਜੁੜੀ ਵਾਹਿਗੁਰੂ ਜੀ ਦੇ ਨਾਲ, ਤੇ ਜੰਮ ਵੀ ਕਹਿੰਦੇ ਵੀ ਨਾ ਭਾਈ, ਸਾਨੂੰ ਤੇ ਹੁਕਮ ਕਰਕੇ ਭੇਜਿਆ ਵੀ ਅਸੀਂ ਨਹੀਂ ਉੱਥੇ ਜਾਣਾ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਹਣਾ ਹਉ ਹਣਾ ਤੂੰ, ਹਣਹਿ ਛੁੱਟੈ, ਨਿਕਟ ਨਾ ਜਾਈਏ ਦੂਤ। ਛੁਟਕਾਰਾ ਨਹੀਂ ਹੋਣਾ। ਇੰਨਾ ਪ੍ਰਤਾਪ ਹੈ ਸੰਗਤ ਦਾ ਜੀ। ਜਿਸ ਪ੍ਰਤਾਪ ਨੂੰ ਵੇਖ ਕੇ ਜਮਦੂਤ ਛੱਡ ਜਾਏ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਉਹ ਵੀ ਭੱਜ ਗਏ ਦੂਰੋਂ ਹੀ, ਨਾ ਭਈ ਹੱਥ ਨਹੀਂ ਪਾਉਣਾ ਸੀ। ਕਿੱਡੀ ਕਮਾਲ ਦੀ ਸਾਡੇ ਚੌਗਿਰਦੇ ਵਾਹਿਗੁਰੂ ਜੀ ਨੇ ਸੁਰੱਖਿਅਤ, ਅਸੀਂ ਸਹਿਜ ਆਨੰਦ ਵਿੱਚ ਬੈਠੇ। ਨਾ ਈਰਖਾ ਅੰਦਰ ਆਵੇ, ਲਕੀਰ ਕੱਢੀ ਹੈ, ਨਾ ਵੈਰ ਅੰਦਰ ਆਵੇ, ਨਾ ਤਾਤ ਭਰਾਈ ਅੰਦਰ ਆਵੇ। ਸਗਲ ਸੰਗ ਹਮ, ਕਿੰਨਾ ਸੁਖੀ ਜੀਵਨ ਹੈ ਜੀ ਜਿਨ੍ਹਾਂ ਨੂੰ ਸਤ ਸੰਗਤ ਦਾ ਰੰਗ ਚੜਿਆ, ਜਿਨ੍ਹਾਂ ਨੂੰ ਸਾਧੂ ਸੰਗ ਮਿਲਿਆ। ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵੈ ਸਰਨ ਆਵੈ। ਆਹੀ ਸਰੋਵਰ ਹੈ ਸਾਡੇ ਵਾਸਤੇ। ਮਾਗ ਮੱਜਨ ਸੰਗ ਸਾਧੂ, ਨਿਰਮਲ ਭਏ ਚੀਤਾ ਵਾਸਤੇ ਨਾ ਜੀ। ਸਰੀਰ ਦੇ ਇਸ਼ਨਾਨ ਲਈ ਜ਼ਰੂਰ ਅਸੀਂ ਜਲ ਵਰਤੀਏ, ਤਨ ਦੀ ਅਰੋਗਤਾ ਮਿਲੇਗੀ, ਲਾਭ ਹੋਏਗਾ, ਇਹ ਨਹੀਂ ਕਿ ਫਾਇਦਾ ਨਹੀਂ ਹੈ। ਪਰ ਚਿੱਤ ਧੋਣ ਵਾਸਤੇ ਆਹ ਸਰੋਵਰ ਹੈ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਕਮਾਏ ਹੋਏ ਪਾਪ ਇਸ ਸਰੋਵਰ 'ਚ ਚੁੱਭੀ ਲਾਇਆ ਉਤਰਦੇ ਜੀ। ਸਾਧ ਸੰਗ ਮਲ ਲਾਥੀ, ਨਿਰਮਲ ਭਏ ਚੀਤਾ।
साध का संग कलूखत हर है, साध संग नरक पर हर है, साध का संग हलत पलत सवार है। वेखो किन्नी कला वरत रही है, किन्ने फायदे गुनाए सच्चे पातशाह महाराज जी ने। अंदरले त्रिभवन सूझिया गुर भेट पनीता, मैल खोई कोट आग हरे। सो ये दरवाजा है जी गुरु नानक दे घर दा। दुनिया उत्ते तुहानूं कुछ लोग शायद इदां दे भी मिल जाण कदी कदी, जी मन साफ चाहिदा है जी, बंदे नूं समझ चाहिदी है, जिन्हों कहंदे आ दिमाग दी दौड़। संगत करके किहड़ी बहुती गल बुर, किहड़ा बहुता गुरुद्वारे रोज़ बैठे आ, ये क्यों जरूरी सी नाल अकैडमीज़ दे। इदां भी कहंदे साध संगत जिन्हां ने दिमाग सिर्फ तेज कीते ना, वो कहंदे जी बंदा वैसे ही ठीक ठाक चाहिदा है, गुरुद्वारे रोज़ गया की हुंदा, संगत कीतिआं की हुंदा, मन साफ चाहिदा। पर सतगुरु जी कहंदे भी मन साफ तां हुंदा जे संगत मिले। बुद्धि कहती है भी की करना जाके, वैसे मन साफ चाहिए, पर सतगुरु कहते मन साफ तां हुंदा बिन संगत मैल भरीचै जीओ। वडभागी हर संगत पावै, कदी ना कोसीए भी हाए असी नगूणे असी नकरमे। जे सानू आ मिल गई है ना, जिथे जिथे तुसी चौंकड़े मारे है, जां जेड़े वीर सुरत करके जिथे जिथे सुन रहे हैं, समझ लो तुहाडे मुकद्दर जाग पे है। पॉजिटिव थिंकिंग जिहड़ा जिहड़ा बाणी चो जरूरी अंश लैना है, समझ कदी ना टैंदी कला च जाओ। महाराज ने वड्डी बख्शिश की, जो सानू दिता दुनिया दे विच वड्डे वड्डे महलों वालियां नूं नहीं नसीब होया। किते बैठणगे इत्थे चौंकड़े ला के जिहड़े अज जिन्हां नूं दुनिया सलूट मारदी, वो डरे पे बेचारे सगीना दे साए हेठां जीण वाले। आ वड्डे तुहाडे मुकद्दर भाग जागे, वडभागी हर संगत पावै, भागहीन भरम चोटां खावै। धक्के खा रहे, यही वड्डी अमीरी है जी। बिन भागां सत संग ना लभै, बिन संगत मैल भरीचै जीओ। मैल नहीं उतरदी, भरिया रहिंदा बंदा, निर्मल भये चीता नहीं हुंदा। हुण वेखो, चित्त निर्मल होएगा, भांडा निर्मल होएगा तो वसत पएगी ना जी। तो भांडे नूं पवित्र करने लई साधन की है? साध संगत। साध संगत अस्थान जगमग नूर है, ਉਹਦੇ प्रकाश ही प्रकाश है। जगदा होया मगदा होया सूरज है साध संगत अस्थान, जिथे सब भविख दिस जाता है, रोशन हो जाता है जीवन। चंगे माड़े की समझ आ जाती है जो असी संगत में जुड़ते हैं। निर्मल भय चीता, बिन संगत मैल भरीजा जी। ये दावा आया, तू तो कहना ना मन साफ चाहिए, संगत करने की लोड़ नहीं। सतगुरु कहते संगत करन तो बिना मन साफ हुंदा ही नहीं, मैल लगी रहिंदी है। बड़ी बारी सवाल आया मन च, मैं कई बारी सांझी भी की गल भी सतगुरु जी जदों असी तुहाडी बाणी पढ़ते हाँ तो तुसी बड़े बड़े पापियां का जिक्र किया, तो तरिया होया च जिक्र किया। जदों तुसी एक हुंदा बद, एक हुंदा बदनाम। बद तो बथेरे लोग होणगे, पता नहीं किन्नियां क बदियां ने अंदर लुकियां होईयां। दुनिया दे विच किदन समाजिक मौत होनी है, जिदन बदनाम हो गए, फिर दुनिया नहीं बर्दाश्त करती। हुण जिहड़े रज के बदनाम सी, तुसीं उन्हां दा नां तरिया होया च लिखिया। किन्ने क बदनाम? अजामल पापी, की लिखिया जी अगे? जग जाने, पूरा नशर। किन्ने का औगण? गणका पापण होए क्या, पापां का गल हार परोता। मान लो सिर तो पैरों तक हार परोया विन्निया हुंदा ना, जिद्दां इन्ना पाप ही पाप, दुष्कर्म ही दुष्कर्म, बुरियाई बुरियाई, कलंक ही कलंक। समाज विच पूरे नशर होए लोग, लोकी कोलों दी ना लंघण, पर तुसीं इत्थे तरिया होया च गिणिया। निमख माहे निस्तारा किया। किदां तर गए जी? एडे एडे गुनाहगार, एडे एडे पापी, बज्जर पापी। गुरु पातशाह जी कहते भी एक साधन है, वो है सत संगत, महिमा साधु संग की।
ਔਰ ਇਹ ਗੱਲ ਸਤਿਗੁਰੂ ਜੀ ਨੇ ਕਹਿੰਦੇ ਸਧਾਰਨ ਨਹੀਂ, ਪੂਰੀ ਕਸੌਟੀ ਤੇ ਪਰਖ ਕੇ ਤੱਤ ਕੱਢ ਕੇ ਤੁਹਾਡੇ ਸਾਹਮਣੇ ਰੱਖਦੇ ਆ, ਤੱਤ ਕੱਢ ਕੇ। ਵੇਖੋ ਤੁਸੀਂ ਕਿਤਾਬ ਖਰੀਦਣ ਲੱਗੋ ਨਾ ਤੇ ਤੁਸੀਂ ਰਾਈਟਰ ਵੇਖਦੇ ਹੋ ਵੀ ਅੱਛਾ ਇਹ ਰਾਈਟਰ ਬੜਾ ਮਕਬੂਲ ਹੈ, ਬਾਕੀ ਇਹਦੇ ਤੱਤ ਜਿਹੜੇ ਨੇ ਉਹ ਬੜੇ ਪਾਏਦਾਰ ਹੋਣਗੇ। ਹੁਣ ਤੱਤ ਗੁਰੂ ਸਾਹਿਬ ਨੇ ਕੱਢੇ, ਸਧਾਰਨ ਬੰਦੇ ਨੇ ਨਹੀਂ। ਮਹਾਰਾਜ ਕਹਿੰਦੇ ਪੂਰੇ ਤੱਤ ਕੱਢ ਕੇ ਤੁਹਾਡੇ ਸਮਕਸ਼ ਰੱਖਦੇ ਆ ਕਿ ਜਿਨ੍ਹਾਂ ਦੀ ਜ਼ਿੰਦਗੀ ਪਾਪਾਂ 'ਚ ਗਰਕੀ ਹੋਈ ਹੈ ਉਹ ਵੀ ਕਿਵੇਂ ਤਰ ਗਏ ਤੁਹਾਨੂੰ, ਤਾਂ ਕਿ ਸਾਨੂੰ ਵੀ ਰਾਹ ਖੁੱਲ ਜੇ ਵੀ ਉਹ ਤਰ ਗਏ, ਅਸੀਂ ਕਿਉਂ ਨਹੀਂ ਤਰ ਸਕਦੇ। ਉਹ ਕਿੱਦਾਂ ਤਰੇ ਜੀ? ਖੋਜਤ ਖੋਜਤ ਸੁਣੀ ਇਹ ਸੋਏ। ਖੋਜਤ ਖੋਜਤ ਕੀ ਤੱਤ ਕੱਢਿਆ? ਇੱਕ ਵਾਰ ਸਾਰੇ ਕਿਰਪਾ ਕਰਿਓ। ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਖੋਜਤ ਖੋਜਤ ਸੁਣੀ ਇਹ ਸੋਏ, ਖੋਜਤ ਖੋਜਤ ਸੁਣੀ ਇਹ ਸੋਏ। ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਘਟ ਹੀ ਮਾਹੇ ਨਰੰਜਨ ਤੇਰਾ, ਤੈ ਖੋਜਤ ਉਦਿਆਨਾ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਕਿਸ ਪਾਸੇ ਪੈ ਗਿਆ ਤੂੰ ਭਾਈ? ਖੱਟਣ ਦੀ ਵੇਲੇ ਤੂੰ ਸੁੱਤਾ ਪਿਆ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਨੂੰ ਜਗਾ ਰਹੇ। ਸਾਧ ਸੰਗਤ ਵੇਖੋ, ਇੱਕ ਮੈਂ ਬੇਨਤੀ ਕਰਦਾ, ਇੱਕ ਤੇ ਉਹ ਰੂਹਾਂ ਹੋਣਗੀਆਂ ਨਾ ਜਿਨ੍ਹਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਹੋਰਾਂ ਦੀ ਸੰਗਤ ਕੀਤੀ ਹੋਏਗੀ। ਅਸੀਂ ਵੀ ਉਹਨਾਂ ਦੀ ਸੰਗਤ ਕਰ ਸਕਦੇ ਹਾਂ। ਉਹਨਾਂ ਨੇ ਸੰਗਤ ਕਿਵੇਂ ਕੀਤੀ ਹੋਏਗੀ? ਧਿਆਨ ਦੇਣਾ, ਕੇਵਲ ਚਿਹਰਾ ਵੇਖ ਕੇ ਨਹੀਂ, ਉਹਨਾਂ ਦਾ ਜੀਵਨ ਵੇਖ ਕੇ। ਜਦੋਂ ਸੰਤ ਬਾਬਾ ਅਤਰ ਸਿੰਘ ਜੀ ਜਾਂ ਹੋਰ ਕੋਈ ਵੀ ਗੁਰਮੁਖ ਰੂਹ ਕਿਤੇ ਜਾਂਦੀ ਹੈ, ਆਪਾਂ ਸਪੋਜ਼ ਕਰੀਏ ਵੀ ਸ਼ਬਦ ਨਾ ਪ੍ਰਗਟ ਹੋਣ, ਸਤੰਭ ਬਣ ਕੇ ਕੋਈ ਖੜਾ ਹੈ। ਕੁਝ ਲੋਕੀ ਬੜਾ ਕੁਝ ਬੋਲਦੇ ਸੀ, ਬੋਲਣ ਵਾਲੇ ਬਹੁਤ ਸਨ, ਹੁਣ ਵੀ ਹੁੰਦੇ ਆ ਸਾਧ ਸੰਗਤ। ਪਰ ਸੋਚ ਕਦੋਂ ਉਜਿਆਰੇ ਵਾਲੀ ਬਣਦੀ, ਚਾਨਣ ਵਾਲੀ? ਜਦੋਂ ਵਿਚਾਰ ਆਉਂਦੀ ਹੈ। ਸਿੱਖੀ ਅਸਲ 'ਚ ਹੈ ਹੀ ਵਿਚਾਰ ਤੇ ਟਿਕੀ ਹੋਈ ਹੈ, ਸਥੂਲ ਤੇ ਨਹੀਂ, ਵਿਚਾਰ ਤੇ ਟਿਕੀ ਹੋਈ ਹੈ। ਤੇ ਜਿੰਨੀ ਦੇਰ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ, ਆਹ ਹੀ ਸਾਡੀ ਸੰਗਤ ਦੀ ਬੁਨਿਆਦ ਹੈ ਜੀ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਇੱਥੇ ਕੀ ਹੈ? ਗੁਰੂ ਕੀ ਵਿਚਾਰ ਨੂੰ ਗ੍ਰਹਿਣ ਕਰਨਾ। ਜਦੋਂ ਅਸੀਂ ਕਿਸੇ ਗੁਰਮੁਖ ਰੂਹ ਕੋਲ ਬੈਠਦੇ ਹਾਂ ਤੇ ਮਤਲਬ ਇਹ ਨਹੀਂ ਹੈ ਕਿ ਅਸੀਂ ਚਿਹਰਾ ਵੇਖਿਆ ਤੇ ਪਰਤਾਏ। ਮਤਲਬ ਇਹ ਹੈ ਕਿ ਵਿਚਾਰਾਂ ਦਾ ਆਦਾਨ ਪ੍ਰਦਾਨ। ਸਿੱਖੀ ਸਿੱਖਿਆ ਗੁਰ ਵਿਚਾਰ। ਵਿਚਾਰ ਵਾਸਤੇ ਵੇਖੋ ਕਿੱਡੀ ਦੂਰ ਅੰਦੇਸ਼ੀ ਸੀ ਉਹ ਵਕਤ, ਜਦੋਂ ਪਹਿਲਾਂ ਬੀਬੀਆਂ ਦੀ ਵਿੱਦਿਆ ਦਾ ਪ੍ਰਬੰਧ ਮਹਾਂਪੁਰਖਾਂ ਨੇ ਕੀਤਾ। ਉਦੋਂ ਤਾਂ ਸੁਪਨਾ ਵੀ ਨਹੀਂ ਸੀ ਲਿਆ ਜਾ ਸਕਦਾ ਜੀ। ਪਰ ਇੱਕ ਸੋਝੀ ਹੈ ਨਾ ਜੀ, ਅੰਦਰ ਦੀ ਚੇਤਨਾ ਹੈ ਕਿ ਵਿਚਾਰ ਤੋਂ ਬਿਨਾਂ ਜੀਵਨ ਨਹੀਂ ਬਦਲਣਾ। ਸੋ ਸੰਗਤ ਦੀ ਬੁਨਿਆਦ ਕੀ ਹੈ? ਵਿਚਾਰ। ਉਹ ਸਰੀਰਾਂ ਕਰਕੇ ਹੋ ਜਾਏ, ਉਹ ਪੁਸਤਕਾਂ ਕਰਕੇ ਹੋ ਜਾਏ, ਜਾਂ ਅੱਜ ਤੁਹਾਡੇ ਕੋਲ ਆ ਜਿਹੜੇ ਸਾਧਨ ਨੇ, ਵੀਰਾਂ ਨੇ ਕੈਮਰੇ ਲਾਏ ਆ, ਆਡੀਓ ਵੀਡੀਓ ਬੇਅੰਤ ਸਾਧਨ ਨੇ ਜੀ। ਮੈਂ ਫਿਰ ਬੇਨਤੀ ਕਰ ਰਿਹਾ ਵੀ ਸੰਗਤ ਦੀ ਬੁਨਿਆਦ ਕੀ ਹੈ ਜੀ? ਵਿਚਾਰ। ਭਾਵੇਂ ਸਰੀਰਾਂ ਕਰਕੇ ਜੁੜ ਕੇ ਬੈਠੀਏ, ਵਿਚਾਰਾਂ ਦੀ ਸਾਂਝ ਕਰੀਏ, ਚੰਗੀਆਂ ਪੁਸਤਕਾਂ ਦੀ ਸਾਂਝ ਕਰੀਏ। ਇਮਾਨਦਾਰੀ ਨਾਲ ਦੱਸਿਓ,
किन्ने कुछ गुरमुख प्यारे जिन्हों ने इत्थों पुस्तकां लैके किन्नियां पुस्तकां छापियां हुई जी? अज तक कोई गिनती है जी किन्नी कुछ बाबा जी छपियां? सैकड़ियां च, हज़ारां च। पर दुख हुंदा साध संगत जी, असीं अपने बच्चों नूं चेटक नहीं लाउंदे पुस्तकां पढ़न दी, क्योंकि असीं आप नहीं पढ़ रहे। बड़ी बारी पुछीदा, महापुरखां दे जीवन जिन्हां लोकां ने पढ़े उन्हां दे जीवन बदल गए जी, क्योंकि वो ते विचार विचों दर्शन हो रहे ने ना उन्हां दे। मैं एक बेनती बड़ी हथ जोड़ के निमरता नाल करदा, ठीक है तुसीं प्यार करदे हो, सानूं पता लगे भी वो किस तरह के चेहरा मोहरा सी, असीं भी उदां दा चेहरा मोहरा बनाईए, उन्हां दे चित्र तस्वीरां तुसीं लांदे हो, पर जिंदगी उदन बदलेगी जिदन तुसीं विचार नाल जुड़ना है। सिੱਖੀ आउंदी विचार नाल है जी। सो ये संगत करन दी बुनियाद है। आए असीं 2 घंटे बैठ के कई बारी तो ऊँघदे पए, विचार नाल सांझ ही नहीं बनी, गल नहीं बन रही, लाहा नहीं पूरा मिल रहा। सो इस विचार ने साडे अंदर दी विचार नूं बदलना है। ਜਦੋਂ ਅਸੀਂ ਗੁਰੂ ਦੀ ਵਿਚਾਰ, ਸਤ ਸੰਗਤ ਦੀ ਵਿਚਾਰ ਗ੍ਰਹਿਣ ਕਰਨੀ ਹੈ ਤੇ ਫਿਰ ਸਾਧ ਸੰਗਤ ਸਾਡੀ ਵਿਚਾਰ ਨੇ ਬਦਲਣਾ, ਤੇ ਜਦੋਂ ਵਿਚਾਰ ਨੇ ਬਦਲਣਾ ਫਿਰ ਕਰਮ ਨੇ ਬਦਲਣਾ, ਜਦੋਂ ਕਰਮ ਨੇ ਬਦਲਣਾ ਫਿਰ ਸੰਸਕਾਰ ਬਦਲਨੇ ਆ, ਅਮਲ ਬਦਲਨੇ ਆ। ਜਦੋਂ ਅਮਲ ਬਦਲਦੇ ਆ ਤੇ ਫਿਰ ਦਰਗਾਹ ਮਾਣ ਮਿਲਦਾ ਹੈ, ਸ਼ੁਭ ਅਮਲ, ਫਿਰ ਲੋਕ ਪਰਲੋਕ ਸਵਰਦਾ। ਤੇ ਜੇ ਵਿਚਾਰ ਨਾ ਬਦਲੀ, ਅਮਲ ਨਾ ਬਦਲੇ, ਤੇ ਫਿਰ ਸ਼ੁਭ ਅਮਲਾਂ ਬਾਝੋਂ ਕੱਪੜੇ ਬਦਲਣਾ ਕੀ ਫਰਕ ਪੈਣਾ। अही तो लड़ाई सी जी, अज असी भी मूर्खों वाली पै गए हाँ भी पग सीधी है कि टेढ़ी है, कि कुर्ता लंबा है कि छोटा है। यही लड़ाई उदों सी भी बाबा जी तुसी दसो भी वड्डा मैं, वड्डा मैं। तो बाबा जी कहते भी विचार ने अमल बदलने हैं, तो जे अमल नहीं बदले तो फिर जेडे मर्जी कपड़े पा लो, रोंदे ही चले जाओगे। पुछण खोल किताब नूं, अपनी विचारधारा दसो। किताब मतलब जी आसा हाथ किताब कस सी ना, हर वेले जो जो चारिया रब्बी, जो नाजल होया, जो उतरिया, जो खसम की बाणी आई, अपने हत्थीं लिख लई, सांभ के अगले गुरु पातशाह तक पहुँचाई, जी साडे तक है रब्बी बाणी इन बिन। तो कहते तुसीं दसो हिंदू वड्डा के मुस्लिम। ये बड़ी वड्डी प्रॉब्लम है, और मैनूं पता है ये गुरमुख प्यारे सेवा करते सारे इन्हां दे अगे भी आउंदी होएगी। लकीर खिच्चण वाले ये नहीं सोचते भी तुसीं कीता की है, वो कहणगे तुसीं इस धड़े चो को उस धड़े चो। ये चीज़ ने बहुत मारिया जी सानूं। ये बाबे दे अगे भी आई, धन गुरु नानक महाराज हजूर दे, कि इस धड़े च को उस धड़े च, बिल्कुल क्लीयर इन बिन इदां ही भी साडे वल वोट है कि उधरले पासे है। तो बाबा जी कहते दोनों ही खूह च पए। बाबा आख्या हाजियां शुभ अमलों बाजों दोनों रोई। वो कहते असी तिलक वाले हाँ, वो कहते असी तस्बी वाले हाँ, असी टोपी वाले हाँ, असी धोती वाले हाँ। गुरु साहब जी कहते जे अमल नहीं तो भावें गात्रे वाले भी होण, साडे वास्ते भी है ना जी। अमल किवें बदलणगे? जदों विचार बदलेगी। विचार कदों बदलेगी? जदों सानूं संगत नसीब होएगी। 3 हिस्सियां च संगत नूं वंड सकदे हां असीं। एक है शरीरां करके संगत, आप जिवें बैठे हाँ सारे शरीर ते शरीर बैठ के गल्लां की कर रहे हैं, नाम जपण वालियां दीयां बातां। ते जदों तुसीं उन्हां दीयां बातां करोगे तो की होएगा? तिना देख मन चाओ उठंदा, आवो भैणे गल मिलै, अंक सहेलड़ियां, मिलकर करै कहानियां, समरथ कंतकियां। आओ सखियो, आओ रूहो प्यारियो, आओ भागां वालियो, जिंदो बैठ के कंत दीयां बातां करिए। किन्ना प्यारे लगते होणगे जी जो सिख कोई कर गल सुनावे हर नाम की, सो लग्गै गुरसिखां मन मिठा। कहंदे आओ बातां करिए जी। जे ते गुरु दीयां बातां कीतियां ते कतलगाह विच बैठ के भी सत संगत हो गई, ते जे गुरु नूं प्रकाश करके भी बंदियां दी जिंदाबाद ते मुर्दाबाद कीती, ते गुरु दी हजूरी च बैठ के भी सत संगत नहीं कर सके, नखेदी करके ही चले गए। बड़े बड़े इकट्ठ हुंदे ने, रासी बू आउंदी है, धड़ियां दी गंध आउंदी है विचों, उत्थों नफरत ते मिल सकती है, शुभ विचार नहीं मिल सकते। उत्तम संगत उत्तम होवे, शरीरां दा जुड़ना, शुभ विचारां दी सांझ होनी। दूसरा सोर्सेस, चंगियां पुस्तकां, चंगे जीवन पढ़ो। रोज दी एक साखी अपने बच्चों नूं नाल बिठा के पढ़ाओ।
ਬਾਬਾ ਜੀ ਦੇ ਜੀਵਨ 'ਚੋਂ ਪੜ੍ਹੀ। ਗੁਰੂ ਬਾਬਾ ਜੀ ਦੇ ਸਾਥੀ ਸਨ ਰਾਗੀ ਸਿੰਘ, ਤੇ ਉਹ ਰੁਕ ਗਏ ਕਿਤੇ, ਦੁਕਾਨ ਸੱਜਣ ਸੀ ਕੋਈ ਇਲਾਕੇ ਦਾ, ਤੇ ਚਲੋ ਇੱਕ ਛਿਨ ਲਈ ਰੁਕ ਗਏ, ਜਿੱਥੇ ਦੀਵਾਨ ਲੱਗਣਾ ਸੀ ਭੱਜ ਕੇ ਆ ਕੇ ਮਿਲ ਗਏ। ਤੇ ਉਹ ਪੁਰਖ ਨੇ ਸ਼ੰਕਾ ਕੀਤਾ ਬਾਬਾ ਅਤਰ ਸਿੰਘ ਜੀ ਹੋਰਾਂ ਵਾਸਤੇ, ਕਹਿਣ ਲੱਗੇ ਜੀ ਤੁਸੀਂ ਲੋਕਾਂ ਨੂੰ ਸੁਧਾਰਦੇ ਹੋ, ਤੁਹਾਡਾ ਸਾਥੀ ਆ ਜਿਹੜਾ ਬੈਠਾ ਤੁਹਾਡੇ ਨਾਲ ਕੀਰਤਨ ਦੇ ਨਾਲ ਸੇਵਾ 'ਚ, ਇਹਨੂੰ ਮੈਂ ਉਹ ਨਸ਼ੇ ਦੀ ਦੁਕਾਨ ਦੀ ਥੜੀ ਤੋਂ ਉਤਰਦਿਆਂ ਵੇਖਿਆ। ਤੇ ਬਾਬਾ ਜੀ ਕਹਿਣ ਲੱਗੇ ਹਾਂ ਭਾਈ, ਕਹਿੰਦੇ ਹਾਂ ਜੀ। ਕੀ ਹੋਇਆ ਸੀ? ਕਹਿੰਦੇ ਬੰਦਾ ਵਾਕਫ ਸੀ ਜੀ, ਇਲਾਕੇ ਦਾ ਸੀ, ਪਿੰਡ ਦਾ ਸੀ, ਕੁਝ ਵੀ ਜਾਣਕਾਰ ਸੀ, ਇੱਕ ਛਿਨ ਰੁਕਿਆ, ਤੁਹਾਡੇ ਨਾਲ ਫੇਰ ਮਿਲ ਗਿਆ। ਸਿੱਖਿਆ ਬੜੀ ਪਿਆਰੀ ਸੀ। ਮਹਾਂਪੁਰਖਾਂ ਨੇ ਕਿਹਾ ਵੀ ਭਲਿਆ ਵੇਖ, ਮਾੜੀ ਜਗ੍ਹਾ ਤੇ ਇੱਕ ਛਿਨ ਰੁਕਿਆ, ਨਾਲੇ ਤੂੰ ਦਾਗੀ ਹੋਇਆ ਨਾਲੇ ਮੈਂ ਦਾਗੀ ਹੋਇਆ। ਮਾੜੀ ਜਗ੍ਹਾ ਤੇ ਇੱਕ ਛਿਨ ਰੁਕਿਆ। ਕੁਸੰਗਤ ਕਿੱਦਾਂ ਸਾਨੂੰ ਕਲੰਕ ਲਾ ਦਿੰਦੀ। ਸਾਧ ਸੰਗਤ, ਨੇਕ ਕਲੰਕ ਦੀ ਸੰਗਤ ਕਰਾਂਗੇ ਨਾ ਜੀ, ਘੰਟਿਆਂ ਬੱਧੀ ਰਾਤਾਂ ਬੱਧੀ ਸਾਡੀ ਧੀ, ਸਾਡੀ ਬੱਚੀ, ਸਾਡੀ ਮਾਂ, ਸਾਡੀ ਭੈਣ ਇਹ ਨੇਕ ਕਲੰਕ ਦੀ ਸੰਗਤ ਵਿੱਚ ਬੈਠੇਗੀ ਤੇ ਕਲੰਕ ਲੱਗਣੇ ਨਹੀਂ, ਕਲੰਕ ਧੋਤੇ ਜਾਣੇ। ਸੰਗਤ ਕਰਨੀ, ਮਹਿਮਾ ਸਾਧੂ ਸੰਗ ਕੇ ਵਿਚਾਰ। ਮੈਂ ਫਿਰ ਬੇਨਤੀ ਕਰ ਰਿਹਾ ਕਿ ਗੱਲ ਇਹ ਨਹੀਂ ਹੈ ਕਿ ਇਕੱਠ ਕਿੱਡਾ ਵੱਡਾ ਹੈ, ਗੱਲ ਇਹ ਹੈ ਕਿ ਚਰਚਾ ਕੀ ਹੈ, ਸੋਚ ਕੀ ਹੈ। ਦੂਸਰੀ ਹੈ ਸੋਰਸਜ, ਚੰਗੀਆਂ ਪੁਸਤਕਾਂ, ਚੰਗੇ ਗ੍ਰੰਥ, ਚੰਗੇ ਸੋਰਸ, ਚੰਗੇ ਸਾਧਨ। ਬੰਦੇ ਦੀ ਸੋਚ ਦਾ ਪਤਾ, ਉਹਦੀ ਮੈਂਟੈਲਿਟੀ ਦਾ ਪਤਾ ਤੁਸੀਂ ਘਰ ਦੇ ਅੰਦਰ ਕਦਮ ਰੱਖੋ, ਦੀਵਾਰਾਂ ਤੇ ਲੱਗੀ ਪੇਂਟਿੰਗਸ, ਕੈਲੰਡਰ, ਟੇਬਲ ਤੇ ਪਏ ਮੈਗਜ਼ੀਨ ਤੁਹਾਨੂੰ ਦੱਸ ਦੇਣਗੇ ਕਿ ਬੰਦੇ ਦੀ ਸੋਚ ਕੀ ਹੈ। ਸੰਗਤ ਕਰ ਰਿਹਾ ਨਾ ਇਹਦੀ, ਕਿਸ ਤਰ੍ਹਾਂ ਦੇ ਮੈਗਜ਼ੀਨ ਪੜ੍ਹ ਰਿਹਾ, ਕਿੱਦਾਂ ਦੀ ਪੇਂਟਿੰਗਸ ਲੱਗੀਆਂ ਹੋਈਆਂ, ਮਾਨਸਿਕਤਾ ਦਾ ਪਤਾ ਲੱਗ ਜਾਏਗਾ। ਇਹ ਵੀ ਸੰਗਤ ਹੈ। ਟੀਵੀ ਚੈਨਲ ਸਾਡੇ ਹੱਥ 'ਚ ਰਿਮੋਟ ਹੈ, ਬੱਚੇ ਕੀ ਲਾਈਕ ਕਰ ਰਹੇ ਆ, ਬਜ਼ੁਰਗ ਕੀ ਕਰ ਰਹੇ ਆ, ਧੀਆਂ ਕੀ ਕਰ ਰਹੀਆਂ, ਇਹ ਸਾਡੇ ਉੱਤੇ ਸੰਗਤ ਦਾ ਪ੍ਰਭਾਵ ਹੈ। ਸਾਡੇ ਹੱਥ ਵਿੱਚ ਸਾਰਾ ਸੰਸਾਰ, ਇਹਦੇ 'ਤੇ ਉਂਗਲਾਂ ਸਾਡੀਆਂ ਚੱਲਦੀਆਂ ਨੇ, ਇਹਦੇ 'ਚ ਜ਼ਹਿਰ ਵੀ ਹੈ, ਇਹਦੇ 'ਚ ਅੰਮ੍ਰਿਤ ਵੀ ਹੈ। ਅਸੀਂ ਕਾਹਦੇ ਵਪਾਰੀ ਹਾਂ? ਜੇ ਤੇ ਮਨੋਦਸ਼ਾ ਅੰਮ੍ਰਿਤ ਕੌੜਾ ਵਿਖਿਆ ਮੀਠੀ ਵਾਲੀ ਹੈ, ਫਿਰ ਡੁੱਬ ਗਏ। ਇਹ ਵੀ ਸੰਗਤ ਹੈ। ਇੱਕ ਛਿਨ ਲਈ ਸੋਚ ਲਈਏ ਕਿ ਕੋਈ ਸੋਰਸਜ ਨਹੀਂ ਹੈ, ਕੋਈ ਦੂਜਾ ਸਰੀਰ ਨਹੀਂ ਹੈ, ਉਦੋਂ ਵੀ ਸੰਗਤ ਕਰਦੇ ਹਾਂ। ਸਾਧ ਸੰਗਤ ਜੀ, ਆਪਣੇ ਹੀ ਨਿੱਜ ਦੀ, ਆਪਣੇ ਹੀ ਫੁਰਨਿਆਂ ਦੀ ਸੰਗਤ, ਇਕੱਲੇ ਬੈਠੇ, ਮੰਨ ਲਓ ਕਦੀ ਐਸੀ ਨੌਬਤ ਆ ਜਾਂਦੀ ਹੈ, ਤੇ ਉਹ ਅੰਦਰ ਉੱਠਣ ਵਾਲੇ ਫੁਰਨੇ ਸਾਡੀ ਸੰਗਤ ਹੈ। ਜਿਵੇਂ ਭਾਂਡੇ ਵਿੱਚ ਚੰਗੀ ਵਸਤੂ ਪਾਈਏ ਤੇ ਚੰਗਾ ਪਾ ਚੜ੍ਹ ਜਾਂਦੀ ਹੈ। ਚਾਟੀ ਵਿੱਚ ਦਹੀਂ ਪਾਇਆ, ਚਾਟੀ ਚਿਕਨੀ ਹੋ ਗਈ, ਚਮਕ ਨਹੀਂ ਜਾਂਦੀ ਉਹਦੀ। ਤੇ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਕਿਹਾ ਭਾਂਡਾ ਕਿਉਂ ਚਮਕਦਾ ਮਾਰੇ? ਕਹਿੰਦੇ ਕਦੀ ਇਹਦੇ 'ਚ ਘਿਓ ਮੱਖਣ ਰਿੜਕਿਆ ਜਾਂਦਾ, ਦਹੀਂ ਰਿੜਕਿਆ ਜਾਂਦਾ ਸੀ। ਹੁਣ ਇਸ ਭਾਂਡੇ ਦੇ ਅੰਦਰ ਇਹਨੂੰ ਨਿਰਮਲ ਭਏ ਚੀਤਾ ਕਿਵੇਂ ਕਰਨਾ? ਅਸੀਂ ਇਹ ਵੀ ਪਕੜ ਰੱਖਣੀ ਕਿ ਮੇਰੇ ਇਸ ਭਾਂਡੇ ਦੇ ਅੰਦਰ ਉੱਠਣ ਵਾਲੇ ਫੁਰਨੇ ਕੀ ਨੇ। ਨਿੱਜ ਦੀ ਸੰਗਤ, ਆਪਣੇ ਵਿਚਾਰਾਂ ਦੀ ਸੰਗਤ, ਉਹ ਤਾਂ ਬਦਲਦੀ ਹੈ ਜੇ ਪਹਿਲਾਂ ਸਾਨੂੰ ਬਾਹਰੋਂ ਚੰਗੀ ਸੰਗਤ ਮਿਲੇ, ਫਿਰ ਅੰਦਰ ਦੀ ਸੰਗਤ ਵੀ ਬਦਲ ਜਾਂਦੀ ਹੈ। ਤੇ ਜੇ ਬਾਹਰੋਂ ਕੋ ਸੰਗਤ ਹੈ, ਇਕੱਲੇ ਬੈਠ ਕੇ ਵੀ ਚੰਗਾ ਕਦੀ ਨਹੀਂ ਸੋਚ ਸਕਦੇ। ਕੋਈ ਬੰਦੇ ਕਈ ਇਕੱਲੇ ਬੈਠੇ ਉਹ ਡਰੀ ਜਾ ਰਹੇ, ਸਹਿਮੇ ਹੋਏ ਹੈ, ਕੋਈ ਭੂਤ ਹੀ ਨਾ ਖਾ ਜੇ ਮੈਨੂੰ ਕਿਤੇ। ਕਿਉਂ ਭਲਾ? ਜੋ ਕੁਝ ਉਹਨਾਂ ਨੇ ਬਾਹਰੋਂ ਗ੍ਰਹਿਣ ਕੀਤਾ, ਰਾਤ ਸੁੱਤੇ ਪਿਆਂ ਵੀ ਬਰਡਾ ਰਹੇ, ਇਕੱਲਿਆਂ ਰਾਤ ਨਹੀਂ ਕੱਟ ਸਕਦੇ। ਅਸਰ ਕਬੂਲਦਾ ਨਾ ਜੀ ਬੰਦਾ। ਸਾਨੂੰ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਨਸਾਨ ਇਹ ਜ਼ਿੰਦਗੀ ਦਾ ਜਿਹੜੀ ਬੁਨਿਆਦ ਹੈ ਨਾ ਸੰਗਤ, ਇਹ ਬਹੁਤ ਮਹੱਤਵਪੂਰਨ ਹੈ। ਤੂੰ ਤੇ ਮਨੁੱਖ ਹੈ, ਚੇਤਨ ਹੈ। ਪਸ਼ੂਆਂ ਨੇ ਸੰਗਤ ਦਾ ਅਸਰ ਕਬੂਲਿਆ ਹੋਇਆ, ਤੁਹਾਡੇ ਸਾਹਮਣੇ ਹੈ ਜੀ। ਬਹੁਤ ਲੋਕਾਂ ਦੇ ਘਰਾਂ 'ਚ ਜਾਈਦਾ, ਕੁੱਤੇ ਪਾਲੇ ਹੋਏ ਆ। ਪੰਜਾਬੀ ਬੋਲਣ ਵਾਲਿਆਂ ਦੇ ਕੁੱਤੇ ਪੰਜਾਬੀ ਸਮਝਦੇ, ਅੰਗਰੇਜ਼ੀ ਬੋਲਣ ਵਾਲਿਆਂ ਦੇ ਅੰਗਰੇਜ਼ੀ ਸਮਝ ਜਾਂਦੇ। ਸਭ ਤੋਂ ਮੋਟੀ ਬੁੱਧੀ ਵਾਲੇ ਮਹਿਰੂ ਪਸ਼ੂ ਪਿੰਡਾਂ ਦੇ ਵਿੱਚ ਝੋਟੇ ਰੱਖੇ ਹੋਏ ਆ, ਤੇ ਕਿਰਤ ਕਰਦੇ ਆ ਆਪਣੇ ਵੱਡਿਆਂ ਨੂੰ ਵੇਖਿਆ, ਉਹ ਕਿੱਲੇ ਦੀ ਵਾਟ ਤੋਂ ਖੂਹ ਗੇੜਦੇ ਜਾਂ ਕੁਲਾੜੀ ਚਲਾਉਂਦੇ, ਪਸ਼ੂਆਂ ਨੂੰ ਕਹਿੰਦੇ ਖਲੋ ਖਲੋ ਖਲੋ, ਐਂ ਖੜ ਜਾਂਦੇ ਸੀ ਜੀ। ਪਸ਼ੂ ਸਮਝਣ ਲੱਗ ਪਏ ਪੰਜਾਬੀ, ਉਹਨਾਂ ਦੀ ਬੋਲੀ ਸੰਗਤ ਕੀਤੀ ਤੇ ਪਸ਼ੂਆਂ ਨੂੰ ਬੁੱਧੀ ਆ ਗਈ ਵੀ ਮੇਰਾ ਮਾਲਕ ਕੀ ਕਹਿ ਰਿਹਾ, ਉਹ ਮੈਨੂੰ ਖਲੋ ਕਹਿ ਰਿਹਾ ਕਿ ਚੱਲ ਕਹਿ ਰਿਹਾ।
ਕੁੱਤਿਆਂ ਨੇ ਸਮਝ ਲਈ ਵਿਚਾਰ ਕਿ ਮੇਰਾ ਮਾਲਕ ਕੀ ਆਖ ਰਿਹਾ, ਬੋਲੀ ਸਮਝ ਕੇ। ਜਾਨਵਰ ਤੋਤੇ ਦੀ ਜ਼ੁਬਾਨ ਬੰਦਿਆਂ ਵਾਂਗੂ ਬੋਲਣ ਲੱਗ ਪਿਆ ਸੰਗਤ ਕਰਕੇ। ਜੰਗਲਾਂ 'ਚ ਰਹਿ ਕੇ ਨਹੀਂ ਸੀ ਬਦਲਣਾ। ਬਾਬਾ ਕਬੀਰ ਸਾਹਿਬ ਜੀ ਨੇ ਤੇ ਕਮਾਲ ਕਿਹਾ। ਉਹ ਕਹਿੰਦੇ ਜੀ ਬਨਸਪਤੀ ਸੰਗਤ ਦਾ ਅਸਰ ਕਬੂਲ ਰਹੀ ਹੈ ਨਾ। ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹਿ ਬਸੇ ਜੀ। ਕਿਸੇ ਕੰਮ ਦਾ ਬੂਟਾ ਨਹੀਂ ਹੈ। ਕੋਈ ਉਹਦੀ ਫਰਨੀਚਰ ਬਣਾ ਰਹੇ ਅਸੀਂ ਢਾਕ ਪਲਾਸ ਦਾ, ਕੋਈ ਚੁਗਾਠਾਂ ਬਣਦੀਆਂ। ਬਾਲਣ ਨਹੀਂ ਖਰੀਦਦਾ ਸਿਆਣਾ ਬੰਦਾ ਵੀ ਇਹਦੇ ਤੇ ਲੱਕੜੀ ਕੰਮ ਦੀ ਨਹੀਂ ਹੈਗੀ, ਪਰ ਖੁਸ਼ਬੂ ਵਾਲਾ ਬਣ ਜਾਂਦਾ ਜੇ ਉਹਨੂੰ ਚੰਦਨ ਦਾ ਸੰਗ ਮਿਲ ਜਾਏ। ਸੋ ਇਹ ਸਿੱਖੀ ਦਾ ਦਰਵਾਜ਼ਾ ਹੈ ਜੀ। ਮੈਂ ਤੇ ਇਹ ਕਹਿਣਾ ਵੀ ਜਿਹਨੂੰ ਸੰਗਤ ਨਹੀਂ ਮਿਲੀ ਉਹ ਸਿੱਖ ਹੀ ਨਹੀਂ ਬਣਿਆ। ਸਿੱਧੀ ਜੀ ਗੱਲ ਜੀ, ਮੋਟੀ ਜੀ, ਉਹ ਸਿੱਖ ਹੀ ਨਹੀਂ ਬਣਿਆ ਜਿਹਨੂੰ ਸੰਗਤ ਨਹੀਂ ਮਿਲੀ। ਜੇ ਸਿੱਖ ਬਣਨਾ ਚਾਹੁੰਦੇ ਆ ਤੇ ਨੀਂਹ ਤੋਂ ਬਿਨਾਂ ਜਿਵੇਂ ਮਹਿਲ ਨਹੀਂ ਹੋ ਸਕਦਾ, ਇਵੇਂ ਸੰਗਤ ਤੋਂ ਬਿਨਾਂ ਸਿੱਖ ਨਹੀਂ ਹੋ ਸਕਦਾ। ਜੜ ਤੋਂ ਬਿਨਾਂ ਜਿਵੇਂ ਪੌਦਾ ਨਹੀਂ ਹੋ ਸਕਦਾ, ਬੀਜ ਤੋਂ ਬਿਨਾਂ ਜਿਵੇਂ ਰੁੱਖ ਨਹੀਂ ਬਣਦਾ, ਕੁਛ ਤੇ ਮੂਲ ਚਾਹੀਦਾ ਨਾ ਉਹਦਾ। ਇਸ ਵਾਸਤੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਜੀ। ਅਸੀਂ ਜੰਗਲ 'ਚ ਚਲੇ ਜਾਂਦੇ ਹਾਂ ਜੀ, ਅਸੀਂ ਭੁੱਖੇ ਰਹਿ ਲਾਂਗੇ ਜੀ, ਅਸੀਂ ਨੰਗੇ ਰਹਿ ਲਵਾਂਗੇ ਜੀ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸ਼ੁਰੂਆਤ ਸਾਧ ਸੰਗਤ। ਔਰ ਇਹ ਵੀ ਸ਼ੁਕਰ ਕਿ ਸਰੀਰ ਕਰਕੇ ਆ ਗਏ। ਚਲੋ ਮਹਾਰਾਜ ਦਾ ਸ਼ੁਕਰ ਹੈ। ਹੁਣ ਇਹਦੇ ਤੋਂ ਅੱਗੇ ਅਰਦਾਸ ਕਰੀਏ, ਸਤਿਗੁਰੂ ਜੀ ਸੁਰਤ ਕਰਕੇ ਵੀ ਤੁਸੀਂ ਜੋੜਨਾ, ਸਰੀਰ ਕਰਕੇ ਵੀ ਮੈਂ ਨਹੀਂ ਆਇਆ ਤੂੰ ਲੈ ਆਂਦਾ। ਤੁਮ ਹੀ ਕੀ ਕਿਰਪਾ ਤੇ ਭਇਓ ਸਾਧ ਸੰਗ, ਇਹ ਕਾਜ ਤੁਮ ਆਪ ਕੀਓ। ਇਹ ਤੁਹਾਡੇ ਤੇ ਤਰਸ ਹੋਇਆ, ਤੁਹਾਨੂੰ ਵੱਡਾ ਖਜ਼ਾਨਾ ਮਿਲ ਗਿਆ, ਤੁਸੀਂ ਲੁੱਟ ਕੇ ਲਾਓ, ਇੱਥੋਂ ਭਰ ਕੇ ਝੋਲੀਆਂ ਲੈ ਕੇ ਜਾਓ, ਬਿਰਵਾ ਕੋਈ ਨਾ ਰਹਿ ਜਾਏ ਵੀ ਬੜੀ ਵੱਡੀ ਦਾਤ ਮਿਲ ਰਹੀ ਹੈ ਜੀ। ਦੁਨੀਆ ਤੇ ਡੁੱਬ ਰਹੀ ਇਸ ਸਮੁੰਦਰ 'ਚ, ਛੱਲਾਂ ਆ ਰਹੀਆਂ, ਈਰਖਾ ਨਫ਼ਰਤ ਵੈਰ, ਪਤਾ ਨਹੀਂ ਕੀ ਕੀ ਅਸੀਂ ਬੈਠੇ ਹੋਏ ਹਾਂ ਇਕੱਲੇ, ਕਿਹੜੀਆਂ ਸੋਚਾਂ 'ਚ ਪਏ ਹਾਂ, ਕੀ ਕੀ ਸਾਡਾ ਟੇਸਟ ਹੈ। ਕੋਈ ਜੀਭ ਦੇ ਰਸਾਂ ਵਿੱਚ, ਕੋਈ ਅੱਖਾਂ ਦੇ ਰਸਾਂ 'ਚ, ਇੰਦਰੀਆਂ ਦੇ ਰਸਾਂ 'ਚ। ਤੇ ਇਹ ਛੱਲਾਂ ਹੀ ਨੇ ਨਾ ਇਸ ਸਮੁੰਦਰ ਦੀਆਂ, ਡੁੱਬ ਗਏ। ਆ ਬੇੜਾ ਦਿੱਤਾ ਮਹਾਰਾਜ ਨੇ। ਇੱਕ ਵਾਰ ਸਾਰੇ ਪੜਿਓ। ਤਰਿਆ ਸਾਧੂ ਸੰਗੇ ਸਾਗਰ ਤਰਿਆ, ਸਾਗਰ ਤਰਿਆ। ਤਰਿਆ ਸਾਧੂ ਸੰਗੇ ਸਾਗਰ ਤਰਿਆ, ਸਾਗਰ ਤਰਿਆ। ਸਾਗਰ ਤਰਿਆ ਸਾਧੂ ਸੰਗੇ, ਸਾਗਰ ਤਰਿਆ ਸਾਧੂ ਸੰਗੇ। ਬਾਬਾ ਅਤਰ ਸਿੰਘ ਜੀ ਹੋਰੀ ਵੀ ਨਾ ਪੜ੍ਹਿਆ ਕਰਦੇ ਸੀ ਧਾਰਨ। ਇੱਦਾਂ ਉਹਨਾਂ ਨੇ ਜਿਨ੍ਹਾਂ ਨੂੰ ਬਾਣੀ ਵਿਚਾਰਿਆਂ ਨੂੰ ਨਹੀਂ ਸੀ ਨਾ ਬੋਲਣੀ ਆਉਂਦੀ, ਬਿਲਕੁਲ ਕੋਰੇ ਕਾਗਜ਼ ਤੋਂ ਉਹਨਾਂ ਨੇ ਸ਼ੁਰੂ ਕੀਤਾ। ਬੜੀ ਬੱਤਰ ਹਾਲਤ। ਅਸੀਂ ਸਿੱਖ ਰਾਜ ਦੀਆਂ ਗੱਲਾਂ ਤੇ ਕਰਦੇ ਹਾਂ, ਪਰ ਜੇ ਚਲੋ ਮੈਂ ਇਹਨੂੰ ਨੈਗੇਟਿਵ ਨਹੀਂ ਜਾਣਾ ਚਾਹੁੰਦਾ, ਪਰ ਜੇ ਤੁਸੀਂ ਦਸ਼ਾ ਵੇਖੋ ਨਾ, ਸੁੱਖ ਅਵੇਸਲਿਆਂ ਕਰ ਦਿੰਦਾ ਕਈ ਵਾਰੀ ਕੌਮਾਂ ਨੂੰ। ਵੇਦੀਆਂ ਨਾਲ ਵਿਆਹ ਹੋਏ, ਰਾਣੀਆਂ ਸਤੀ ਹੋਈਆਂ, ਮਹਾਰਾਜਾ ਰਣਜੀਤ ਸਿੰਘ ਦੀਆਂ ਰਾਣੀਆਂ ਸਤੀ ਹੋਈਆਂ। ਸਭ ਉਸ ਵੱਲ ਨੂੰ ਤੁਰੇ ਜਾ ਰਹੇ ਸੀ। ਸਿੰਘ ਸਭਾ ਲਹਿਰ ਹੋਂਦ ਵਿੱਚ ਆਈ। ਠੀਕ ਆ, ਉਹਨਾਂ ਨੇ ਕਿਤਾਬਾਂ ਕੱਢੀਆਂ, ਡਾਕਟਰ ਭਾਈ ਵੀਰ ਸਿੰਘ ਜੀ ਵਰਗੀਆਂ ਹਸਤੀਆਂ ਨੇ ਬਹੁਤ ਲੇਖ ਲਿਖੇ। ਤੇ ਸਭ ਤੋਂ ਵੱਡਾ ਜਿਹੜਾ ਪ੍ਰਭਾਵ ਪਿਆ, ਖਾਸ ਕਰਕੇ ਪੇਂਡੂ ਖੇਤਰ 'ਚ, ਬਿਲਕੁਲ ਜਿਹੜੇ ਇੱਕ ਪੂਰੀ ਵੱਡਾ ਵਕਫਾ ਸੀ ਜਿਹੜਾ ਦਹਾਕਿਆਂ ਤੋਂ ਬੁੱਧੀ ਨੂੰ ਸਿੱਖੀ ਦਾ ਕੋਰਾ ਕੋਈ ਗਿਆਨ ਨਹੀਂ ਸੀ, ਉਹਨਾਂ ਖੇਤਰਾਂ ਦੇ ਵਿੱਚ ਜਾ ਕੇ ਇੱਦਾਂ ਧਾਰਨਾ ਪੜ੍ਹ ਕੇ ਨਾ ਜੀ ਉਹਨਾਂ ਨੇ ਜੋੜਿਆ ਔਰ ਲੱਖਾਂ ਲੋਕਾਂ ਨੂੰ ਅੰਮ੍ਰਿਤਧਾਰੀ ਬਣਾਇਆ। ਇਹ ਸੰਗਤ ਦਾ ਜਾਦੂ ਵਰਤਿਆ, ਗੁਰੂ ਦੇ ਜਹਾਜ਼ੇ ਚਾੜਿਆ। ਸੋ ਇਹ ਸਰਲ ਤਰੀਕਾ ਸੀ ਸਾਧ ਸੰਗਤ ਜੀ, ਵੀ ਬਹੁਤਾ ਕੋਈ ਉਧੇੜ ਬੁਣਨੀ ਵਾਲਾਂ ਦੀ ਖੱਲ ਨਹੀਂ ਸੀ ਲਾਉਣੀ ਪੈਂਦੀ, ਤੇ ਸਿੱਧੀਆਂ ਸਿੱਧੀਆਂ ਉਹਨਾਂ ਦੀਆਂ ਰਸ ਭਿੱਜੀਆਂ ਬਾਤਾਂ ਜਿਹੜਾ ਇੱਕ ਵਾਰੀ ਸੰਗਤ ਕਰ ਲੈਂਦਾ ਸੀ, ਉਹ ਗੁਰੂ ਦੇ ਰੰਗ 'ਚ ਰੰਗਿਆ ਜਾਂਦਾ ਸੀ। ਬਸ ਆਹ ਤਰੀਕਾ ਅਪਣਾਈਏ ਸਾਧ ਸੰਗਤ ਜੀ। ਉਹਨਾਂ ਦਾ ਤੁਸੀਂ ਜੀਵਨ ਪੜ੍ਹੋ, ਜਾਂ ਜਿਨ੍ਹਾਂ ਨੇ
ਆਪਣੀ ਰੂਹ ਕਰਕੇ ਉਸ ਜੀਵਨ ਨੂੰ ਜੀਵਿਆ, ਕਿਤੇ ਤੁਹਾਨੂੰ ਕਿਤੇ ਕੋਈ ਇਸ਼ਾਰੇ ਮਾਤਰ ਕੁਝ ਦਿਸੇਗਾ ਵੀ ਉਹ ਕਿਸੇ ਨਾਲ ਗੁੱਸੇ ਵੀ ਹੁੰਦੇ ਸੀ, ਨਫ਼ਰਤ ਵੀ ਕਰਦੇ ਸੀ? ਨਹੀਂ ਬਈ, ਕਿਉਂਕਿ ਵਾਹ ਹੀ ਉਹਨਾਂ ਨਾਲ ਹੈ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੱਖ ਵੀ ਨਹੀਂ ਪਤਾ, ਤੇ ਗੁੱਸਾ ਕਿਉਂ ਕਰਨਾ? ਗੁਰੂ ਦੀਆਂ ਬਾਤਾਂ ਸਾਂਝੀਆਂ ਕਰਨੀਆਂ। ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਸਾਗਰ ਤਰਿਆ ਸਾਧੂ ਸੰਗੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਨ ਆਈ। ਏਦਾਂ ਉਧਾਰ ਹੁੰਦਾ ਸਾਧ ਸੰਗਤ ਜੀ। ਇੱਕ ਬੇਨਤੀ ਹੋਰ ਕਰਦਾ, ਭਾਈ ਸਾਹਿਬ ਜੀ ਨੇ ਨਾ ਉਦਾਹਰਨਾਂ ਦਿੱਤੀਆਂ ਕੋਈ ਮਾਨਯੋਗ ਭਾਈ ਗੁਰਦਾਸ ਜੀ ਨੇ। ਇਹ ਨਹੀਂ ਤੁਸੀਂ ਚਿੰਤਾ ਕਰਨੀ ਵੀ ਅਸੀਂ 2 ਘੰਟੇ ਚੌਂਕੜਾ ਲਾਉਣਾ ਹੈ, ਅਸੀਂ ਸਾਰਾ ਦਿਨ ਬੈਠਣਾ, ਕੋਈ ਗੱਲ ਨਹੀਂ। ਤੁਸੀਂ ਕਿਰਤ ਕਰਨ ਵਾਲੇ ਹੋ, ਕੋਈ ਗੱਲ ਨਹੀਂ। ਬਾਬਾ ਕਬੀਰ ਸਾਹਿਬ ਵੀ ਕਹਿੰਦੇ ਨੇ ਨਾ, ਕੋਈ ਕਹਿੰਦੇ ਇਹ ਕੋਈ ਹੱਠ ਨਹੀਂ ਹੈ, ਕੋਈ ਜ਼ੋਰ ਨਹੀਂ, ਚਲੋ ਤੁਸੀਂ ਸ਼ੁਰੂ ਤੇ ਕਰੋ। 1 ਘੜੀ, ਆਧੀ ਘੜੀ, ਆਧੀ ਹੁਣ ਤੇ ਆਦ ਭਗਤਨ ਛੇਤੀ ਗੋਸਤੇ। ਜੋ ਸਕਿੰਟ ਵੀ ਕਿਤੇ ਗੁਜ਼ਾਰਿਆ ਲਾਹੇ ਦਾ ਹੀ ਹੈ, ਗਵਾ ਕੇ ਕੁਝ ਨਹੀਂ ਜਾਣਾ ਸੀ। ਇਹ ਮਤ ਸੋਚਣਾ ਵੀ ਕੀ ਫਾਇਦਾ ਹੋਇਆ, ਫਾਇਦਾ ਹੀ ਹੋਇਆ, ਗਵਾਇਆ ਕੁਝ ਨਹੀਂ ਹੈ। ਕੁਛ ਤੇ ਸਮਾਂ ਕੱਢ, ਕੁਛ ਤੇ ਪਲ ਕੱਢ। ਭਾਈ ਸਾਹਿਬ ਜੀ ਨੇ ਨਾ 3 ਉਦਾਹਰਨਾਂ ਦਿੱਤੀਆਂ ਕਬਿੱਤ ਦੇ ਅੰਦਰ। ਕਹਿੰਦੇ ਜੇ ਬਹੁਤੀ ਬੇੜੀ ਪਾਣੀ 'ਚ ਡੁੱਬੀ ਹੋਵੇ ਤੇ ਥੋੜੀ ਜਿਹੀ ਵੀ ਬਾਹਰ ਹੋਵੇ ਨਾ, ਤਾਂ ਵੀ ਪੂਰ ਪਾਰ ਲੰਘ ਜਾਂਦਾ। ਮਤਲਬ ਥੋੜੇ ਨੂੰ ਅਸੀਂ ਕੀ ਸਮਝਦੇ ਹਾਂ? ਥੋੜੇ ਨਾਲ ਵੀ ਬਹੁਤ ਕੁਝ ਸਵਰ ਸਕਦਾ, ਬਹੁਤ ਕੁਝ ਸਵਰ ਸਕਦਾ। ਇੱਕ ਘੜੀ, ਇੱਕ ਛਿਨ ਵੀ ਕਿਤੇ ਤੁਹਾਨੂੰ ਮਿਲਦਾ ਤੇ ਲਾਹਾ ਹੀ ਲਾਹਾ ਹੈ। ਭਾਵੇਂ ਚੰਗੀਆਂ ਪੁਸਤਕਾਂ ਪੜ੍ਹੋ, ਭਾਵੇਂ ਕੋਈ ਆਡੀਓ ਵੀਡੀਓ ਕਥਾ ਸਾਧਨ ਵਿਚਾਰ, ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਆ ਕੇ ਬੈਠੋ, ਬਾਣੀ ਪੜ੍ਹੋ, ਸਤਸੰਗ, ਕੁਛ ਤੇ ਕਰੋ। ਭਾਈ ਸਾਹਿਬ ਕਹਿੰਦੇ ਜੈਸੀਏ ਬੋਝ ਭਰੀ ਨਾਵ, ਉਂਗਰੀ ਦੋਏ ਬਾਹਰ ਹੋਤ, ਪਾਰ ਪਰੈ ਪੂਰ ਸਭ ਕੁਸ਼ਲ ਬਿਹਾਤ ਹੈ। ਫੁੱਟਾਂ ਬੱਧੀ ਹਿੱਸਾ ਪਾਣੀ 'ਚ ਡੁੱਬਿਆ ਤੇ ਥੋੜ੍ਹਾ ਜਿਹਾ ਕਿਨਾਰਾ ਬੇੜੀ ਦਾ ਬਾਹਰ ਹੈ। ਬਸ ਇਹ ਖਿਆਲ ਰੱਖੀ ਕਿ ਪਾਣੀ ਅੰਦਰ ਨਾ ਜਾਵੇ। ਕੋਈ ਗੱਲ ਨਹੀਂ, ਇਹ ਸਮੁੰਦਰ ਦੇ ਵਿੱਚ ਤਰਦੀ, ਦਰਿਆ 'ਚ ਤਰਦੀ ਬੇੜੀ ਕਿਨਾਰੇ ਪਹੁੰਚ ਜਾਂਦੀ ਹੈ। ਜੈਸੇ ਏਕਾਹਾਰੀ, ਮਤਲਬ ਜਿਹਨੂੰ 8 ਪੈਰਾਂ 'ਚ 24 ਘੰਟਿਆਂ 'ਚ ਕਿਤੇ ਇੱਕ ਵੇਲੇ ਵਿਚਾਰੇ ਨੂੰ ਖਾਣ ਦਾ ਮੌਕਾ ਮਿਲਿਆ ਹੋਵੇ, ਨਾ ਸਵੇਰੇ ਖਾਧਾ, ਨਾ ਦੁਪਹਿਰੇ ਖਾਧਾ, ਨਾ ਰਾਤ ਨੂੰ ਖਾਧਾ, ਸਾਰੀ ਰਾਤ ਵੀ ਭੁੱਖਾ, ਸਾਰਾ ਦਿਨ ਵੀ ਭੁੱਖਾ, ਤੇ ਕਿਸੇ ਨੇ ਕਿਹਾ ਵੀ 5 ਮਿੰਟ ਸੱਜਣਾ ਹੈਗੇ ਆ ਰਸੋਈ 'ਚ ਬਹਿ ਜਾ, ਜੋ ਖਾਣਾ ਖਾ ਲਿਆ। 5 ਮਿੰਟ ਬਹੁਤ ਹੁੰਦੇ ਆ। 8 ਪੈਰਾਂ ਦੀ ਭੁੱਖ ਨਿਕਲ ਜਾਏਗੀ। ਮਤਲਬ ਇਹ ਨਹੀਂ ਹੈ ਕਿ ਬਾਕੀ 24 ਘੰਟੇ ਜਾਂ ਬਾਕੀ ਅਸੀਂ ਜਿਹੜੇ ਆ 23 ਘੰਟੇ ਤੇ 55 ਮਿੰਟ ਉਹ ਵਿਅਰਥ ਗਵਾਉਣੇ ਆ। ਸ਼ੁਰੂਆਤ ਤੇ ਕਰ। ਜੈਸੇ ਏਕਾਹਾਰੀ, ਇੱਕ ਘੜੀ ਪਾਕਸਾਲ ਬੈਠ। ਪਾਕਸਾਲ ਕਹਿੰਦੇ ਰਸੋਈ ਨੂੰ। ਭੋਜਨ ਕੈ ਬਿੰਜਨਾਦ ਸਵਾਦ ਕੈ ਆਘਾਤ ਹੈ। ਜੈਸੇ ਰਾਜ ਦੁਆਰ ਕਰਤ ਜੁਹਾਰ ਜਨ। ਬੰਦਾ ਕੋਈ ਪੀੜ੍ਹੀਆਂ ਤੋਂ ਗਰੀਬੀ ਦਾ ਦੱਬਿਆ ਹੋਵੇ, ਮਾਰਿਆ ਹੋਵੇ ਗੁਰਬਤ ਦਾ, ਰੋਟੀ ਖਾਣ ਨੂੰ ਨਹੀਂ, ਸਿਰ ਤੇ ਛੱਤ ਨਹੀਂ, ਢਿੱਡੋਂ ਭੁੱਖੇ, ਪੈਰੀਂ ਜੁੱਤੀ ਨਹੀਂ, ਤਨ ਤੇ ਕੱਪੜਾ ਨਹੀਂ, ਤੇ ਪਿਓ ਦਾਦੇ ਤੋਂ ਇਸੇ ਗੁਰਬਤ 'ਚ ਜਿਉਂਦਾ ਹੋਵੇ। ਤੇ ਵਕਤ ਹੁੰਦੇ ਸੀ ਕਿਤੇ ਮੌਕਾ ਮਿਲ ਜੇ, 1 ਮਿੰਟ ਕਿਤੇ ਬਾਦਸ਼ਾਹ ਆ ਰਿਹਾ ਤੇ ਉਹਨੂੰ ਫਰਿਆਦ ਦੱਸਣ ਦਾ, ਤੇ ਹੋ ਸਕਦਾ ਬਾਦਸ਼ਾਹ ਖੁਸ਼ ਹੋ ਕੇ 100-200 ਕਿੱਲੇ ਦੀ ਜਗੀਰ ਹੀ ਦੇ ਦੇ। ਬੜਾ ਕੀਮਤੀ ਹੁੰਦਾ 1 ਮਿੰਟ ਵੀ। ਜੈਸੇ ਰਾਜ ਦੁਆਰ ਕਰਤ ਜੁਹਾਰ ਜਨ, ਏਕ ਘੜੀ ਪਾਸ਼ਾ ਦੇਸ਼ ਭੋਗਤਾ ਹੋਏ ਖਾਤ ਹੈ। ਉਹ ਰਿਆਸਤਾਂ ਦਾ ਮਾਲਕ ਬਣ ਸਕਦਾ ਬੰਦਾ, ਇੱਕ ਛਿਨ ਕਿਤੇ ਮਿਲ ਜਾਏ। ਇਹ 3 ਉਦਾਹਰਨਾਂ ਦੇ ਕੇ ਨਾ ਜੀ, ਵੀ ਐ ਨਾ ਸਮਝਣਾ ਵੀ ਥੋੜਾ ਜਿਹਾ ਵੀ ਕੀ ਫਾਇਦਾ ਜੀ, ਚਲੋ ਜਾਓ ਹੀ ਨਾ। ਨਹੀਂ ਭਾਈ, ਭਾਵੇਂ ਥੋੜਾ ਛਿਨ ਮਾਤਰ ਆ, ਹਰ ਰੋਜ਼ ਆ, ਹਰ ਰੋਜ਼। ਇਹ 3 ਉਦਾਹਰਨਾਂ ਦੇਖ ਕੇ ਤੇ ਅਗਲੀ ਗੱਲ ਬੜੀ ਪਿਆਰੀ ਕਹੀ। ਜੈਸੇ ਬੋਝ ਭਰੀ ਨਾਵ, ਬਹੁਤੀ ਡੁੱਬੀ ਹੈ, ਥੋੜੀ ਜਿਹੀ ਬਾਹਰ ਹੈ। ਬਹੁਤਾ ਸਮਾਂ ਭੁੱਖਾ ਰਿਹਾ, 5 ਮਿੰਟ ਰੋਟੀ ਖਾਣ ਨੂੰ ਮਿਲੀ, ਭੁੱਖ ਮਿਟ ਗਈ। ਬਹੁਤੇ ਵਰੇ ਗਰੀਬੀ 'ਚ ਗੁਜ਼ਰੇ ਆ, 5 ਮਿੰਟ ਮਿਲੇ,
गरीबी चुकी गई। ते 8 ही पहर 60 घड़ी में जो एक घड़ी साध समागम करे निज घर जात है। 8 पैरां च 60 घड़ियां च किते एक घड़ी भी संगत विच आ, साध संगत मिले तैनूं। बेनती है गुरमुखो रुक जो, माया किते नहीं जाती, प्लीज़ बह जाओ भाई साहब जी, ना करो कृपा, बड़ा खड़का हो रहा। 8 ही पहर 60 घड़ी में, इधर रुचि लाइए ना जी बचन वाले पासे, साड़ी रुचि बड़ी इधर उधर खिंड जाती है। 8 ही पहर 60 घड़ी में जो एक घड़ी साध समागम करे निज घर जात है। निज घर दे दरवाजे खुल जाते, किते मिनट 5 लग जान चजदे, जिथे दुनिया भटकदी फिरदी है, खुआर हुंदी फिरदी है, जन्म गुजर जाते हैं बाहर खुआर हुंदियां। सत संगत ऐसा दरवाजा है। गुरु साहब धन गुरु तेग बहादुर पातशाह हजूर का असीं सारा जीवन पढ़ते हाँ तो वड्डे वड्डे गुनाहगार भी महाराज नूं मिलते हैं। जीवन दे विच कोई चीज़ बदला लियाती है, सत संगत। किन्नियां दा जीवन पढ़ते हैं जी। भाई धिंगाणा जी मिलते महाराज नूं, कहंदे सच्चे पातशाह जिन्नी देर जीवां तेरे रंग विच जीवां। ते भाई धिंगाणा जी नूं पता लग्या भी सच्चे पातशाह हजूर अपना आपा कुर्बान करन लई ना दिल्ली नूं जा रहे हैं। तो इन्हां ने एक अरदास की, कहंदे सतगुर जी जिन्नी देर जीवां, पहला मंगिया सी जिन्नी देर जीवां तेरे रंग च जीवां, तो फिर यह भी मंगिया कि हे सच्चे पातशाह ये भी मेरे उत्ते कृपा करियो कि जिस दिन तुसी शरीर की खेड नूं त्यागो मैं उस तो बाद जीवा ही ना। साडे इतिहास च दर्ज है जिस दिन साहिब शहीद होए खेम करन भाई धिंगाणा जी ने भी उस दिन प्राण त्यागे। हुण सिक्ख्या की है साध संगत जी, जिस प्यारे से नेहो तिस आग्या मर चलीए, त्रिग जीवन संसार तांकै पाछै जीवना। कादा जीवना साध संगत जी जे टुट गए। त्रिग जीवन लानत, मान लो सब सुख मिल जान, भोग पदार्थ मिल जान, तो त्रिग मतलब लखां वारी लानतां पाइए ना फिटकारिए फिटे मूँह ऐसे जीवन का लखां वारी जे तेरे तो टुट के जीवे पातशाह। किते जुड़िया तो रह ना, जड़ ते लगी रहे, थोड़ी देर ही जुड़ पावे। घरां दे अंदर एक बेनती तुहानूं जी, चलो शुरू करिए। सरल बड़ी सौखे समझ आ जाने, ये मैं बाणी की वंडी पाउण लई नहीं कह रहा, पर एक शुरुआत करिए भी 57 सलोक साहिब दे असीं अपने नितनेम का हिस्सा बनाइए। तो जिदन हिस्सा बना ले रोज चेते किया गुण गोबिंद गायो नहीं जन्म अकारत कीना, फिर समझ आ गई ना भी क्या जीवन ते एवं। कहो नानक हर भज मना जेह बिद जल कहो मीना। फिर समझ आएगी भी किद्दां चेते गुरु नाल प्रीत किद्दां होवे, जिवें मच्छी पानी नाल करदी है। फिर समझ आएगी भी घड़ी गुण गाउण तो बिना, गुणां दी सांझ तो बिना, गुण ग्रहण करन तो बिना जे गुजर गई गया व्यर्थ सब कुछ। तू विसरिया ते गुण गल जाने, हर बिसरत तेरे गुण गलिया। गुणा तो बिना कादी भगती जीवन है जी, लेखे कुछ नहीं है। सो फिर पता लगेगा जो असी रोज़ इनू अपनी जिंदगी का आधार बनावांगे, हिस्सा बनावांगे। ये अज तो प्रण करिए जी, गुरु तेग बहादुर पातशाह दे रोज़ तुसी दर्शन करोगे तो फिर शिखर का पता लगेगा भी जिंदगी च जो मर्जी ही बन जाओ, ये तुल ये बराबर होर कोई नहीं। जिन्हों गुरु साहब ने कहा राम नाम और मैं गयो जांकै सम नहीं कोई। जिन्हां दे उर विच वाहिगुरू चलिया गया ओदी बराबरी कौन कर सकता जी। जे सिमरत संकट मिटै, जे सिमरत संकट मिटै, बिघन विनाशन सब दुख नासन सतगुर नाम दृढ़ाया। जे सिमरत संकट मिटै, असीं एवें ढेरियां ढा के बैठे हुए हैं भी। मिल साध संगत भज केवल, ना हर भजियो ना गुरजन सेवियो। ना गुरु का चेता आया भी संगत करिए, ना रब चेते आया, न उपजियो कछ ज्ञान। मन रे कौन कुमत तै लीनी,
ਤੈਨੂੰ ਗੁਰੂ ਮੱਤ ਦੇ ਰਿਹਾ, ਗੁਰੂ ਕਹਿ ਰਿਹਾ ਉਹ ਬਚੀ ਬਚੀ, ਖੂਹ 'ਚ ਨਾ ਡਿੱਗੀ, ਤੇ ਤੂੰ ਫਿਰ ਡਿੱਗ ਰਿਹਾ। ਮੱਤ ਦੇਣ ਵਾਲੇ ਦਾ ਜ਼ੋਰ ਲੱਗ ਗਿਆ, ਤੂੰ ਕ ਮੱਤ ਕਿੱਥੋਂ ਲੈ ਲਈ? ਤੇਰੀਆਂ ਇੰਦਰੀਆਂ ਰਸਾਂ 'ਚੋਂ ਨਹੀਂ ਨਿਕਲ ਰਹੀਆਂ। ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਸਾਹਿਬ ਦੇ ਚਰਨਾਂ 'ਚ ਡਿੱਗੀਏ ਆ ਕੇ, ਹੇ ਦਾਤਾ ਮਾਈ ਮਨ ਮੇਰੋ ਬਸ ਨਾਹੀ। ਨਿਸਬਾਸਰ ਕੀ ਕਰਾਂ ਪਾਤਸ਼ਾਹ, ਕੀ ਕਰਾਂ? ਨਿਸਬਾਸਰ ਵਿਖਿਅਨ ਕੋ ਧਾਵਤ, ਕਿਹ ਬਿਦ ਰੋਕੋ ਤਾਹੇ। ਇਹਨੂੰ ਤੇ ਜ਼ਹਿਰ ਪਿਆਰਾ ਲੱਗਦਾ ਮਹਾਰਾਜ ਜੀ। ਇਹ ਕੁਸੰਗਤ ਵੱਲ ਨੂੰ ਜਾਂਦਾ, ਉੱਥੇ ਘੰਟਿਆਂ ਬੱਧੀ ਭਾਵੇਂ ਟੀਵੀ ਵੇਖਦਾ ਰਹੇ, ਭਾਵੇਂ ਮੋਬਾਈਲ ਤੇ ਲੱਗਾ ਰਹੇ, ਭਾਵੇਂ ਨਿੰਦਿਆ ਝੂਠ ਬਖੀਲੀ ਸਾਰੇ ਮੁਲਕ ਦੀਆਂ ਬਾਤਾਂ ਕਰ ਲਓ, ਉੱਥੇ ਨਹੀਂ ਅੱਕਦਾ। ਕੀ ਕਰਾਂ ਜੀ? ਨਿਸਬਾਸਰ ਵਿਖਿਅਨ ਕੋ ਧਾਵਤ, ਕਿਹ ਬਿਦ ਰੋਕੋ ਤਾਹੇ। ਕਿਵੇਂ ਰੋਕਾਂ ਮਹਾਰਾਜ? ਹਾਰ ਗਏ? ਨਹੀਂ ਨਹੀਂ, ਬਲ ਹੋਆ ਬੰਧਨ ਛੱਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰਾ ਹੱਥ ਮੈਂ ਤੁਮੀ ਹੋਤ ਸਹਾਏ। ਉਹਨੂੰ ਆ ਕੇ ਉਹਦੇ ਚਰਨਾਂ 'ਚ ਰੱਖ ਦਈਏ ਵੀ ਮਹਾਰਾਜ ਜੀ, ਤੇ ਉਹ ਕਹਿੰਦੇ ਕੋਈ ਚਿੰਤਾ ਨਾ ਕਰ, ਬਲ ਨਾ ਹਾਰੀ, ਹਿੰਮਤ ਕਰ। ਆਹ ਭਰੋਸਾ ਸੰਗਤ ਤੋਂ ਬਿਨਾਂ ਨਹੀਂ ਆਉਣਾ। ਨਿਸ਼ਚਾ ਹੈ ਜੜ੍ਹਾਂ ਤੇ ਪਾਣੀ ਮਿਲਦਾ ਸੰਗਤ ਵਿੱਚੋਂ, ਫਿਰ ਇਹ ਬਾਗ ਹਰਾ ਹੋਣਾ, ਫਿਰ ਮੌਲਣਾ ਹੈ ਜੀਵਨ। ਸਾਧ ਸੰਗਤ ਜੀ, ਉਹਨਾਂ ਗੁਰਮੁਖਾਂ ਲੱਖਾਂ ਲੋਕਾਂ ਦਾ ਜੀਵਨ ਕਿਵੇਂ ਪਲਟ ਗਿਆ ਜੀ? ਬਸ ਮਹਿਮਾ ਸਾਧੂ ਸੰਗ ਕੀ। ਔਰ ਕਮਾਲ ਹੋ ਗਈ ਜੀ, ਆਪ ਸਿੱਖੀ ਕਮਾਉਣ ਵਾਲੇ, ਆਪ ਗੁਰੂ ਨਾਲ ਜੁੜੇ ਤੇ ਦੂਜਿਆਂ ਨੂੰ ਗੁਰੂ ਨਾਲ ਜੋੜਨ ਵਾਲੇ। ਖੰਡੇ ਬਾਟੇ ਦੀ ਪਹੁਲ ਕਿੰਨੀ ਕੁ ਲੋਕਾਂ 'ਚ ਤਲਬ ਹੋਵੇਗੀ ਕਿ ਕਹਿੰਦੇ ਜੀ ਇੱਕ ਵਕਤ ਐਸਾ ਆ ਗਿਆ ਸੀ ਵੀ ਕਕਾਰ ਵੀ ਪੂਰੇ ਨਹੀਂ ਸੀ ਹੁੰਦੇ। ਕਿੰਨੀ ਕੁ ਤਲਬ ਕਿੱਦਾਂ ਪੈਦਾ ਹੁੰਦੀ ਸਾਧ ਸੰਗਤ ਜੀ? ਤੇ ਜੇ ਮੰਨ ਲਓ ਵੀ ਉਹ ਕਿਤੇ ਨਾਮ ਰੱਤੀ ਰੂਹ ਦੀ ਸੰਗਤ ਲੋਕਾਂ ਨੂੰ ਨਾ ਹੋਈ ਹੁੰਦੀ, ਫਿਰ ਇਹ ਅੱਜ ਦੀਵਾਨ ਨਾ ਸੱਜਦੇ। ਇਹ ਗੁਰੂ ਵਰਤਦਾ ਆਪਣੇ ਸਿੱਖਾਂ ਰਾਹੀਂ, ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ। ਸੋ ਅਸੀਂ ਘਰ ਬੈਠੇ, ਪਰਿਵਾਰਾਂ 'ਚ ਬੈਠੇ, ਜਿੱਥੇ ਵੀ ਹਾਂ, ਸਾਡਾ ਇਹ ਧਰਮ ਹੈ ਸਾਧ ਸੰਗਤ ਜੀ। ਸਾਡਾ ਜੀਵਨ ਹੀ ਅਧੂਰਾ, ਇਹਦੇ ਤੋਂ ਬਿਨਾਂ ਤੇ ਮੁੱਕ ਜਾਵਾਂਗੇ, ਅਸੀਂ ਮੁੱਕ ਜਾਵਾਂਗੇ ਸਾਧ ਸੰਗਤ। ਜਦੋਂ ਵਸਤ ਅਮੋਲਕ ਚਾਹੁੰਦੇ ਆ ਤੇ ਇਹ ਚਿੱਤ ਦੇ ਭਾਂਡੇ ਨੂੰ ਮਿਲ ਸੰਤ ਸਭਾ ਮਨ ਮਾਂਜੀਐ। ਮਾਂਜਦੀਆਂ ਨੇ ਨਾ ਭੈਣਾਂ, ਡਸਟਬਿਨ ਨੂੰ ਨਹੀਂ ਮਾਂਜਣ ਦੀ ਲੋੜ ਪੈਂਦੀ, ਜਿਹਦੇ 'ਚ ਦੁੱਧ ਪਾਉਣਾ ਉਹਨੂੰ ਮਾਂਜਦੀਆਂ। ਡਸਟਬਿਨ 'ਚ ਗੰਦਗੀ ਪੈਣੀ ਹੈ ਤੇ ਗੰਦਗੀ ਵਾਲਾ ਗੰਦਾ ਹੀ ਰਹੇ ਤੇ ਚਿੰਤਾ ਨਹੀਂ। ਜੇ ਪਵਿੱਤਰ ਵਸਤੂ ਪਾਉਣੀ ਚਾਹੁੰਦਾ, ਨਿਰਮਲ ਕੋਈ ਆਚਾਰ ਵਿਹਾਰ ਪਾਉਣਾ ਚਾਹੁੰਦਾ, ਤੇ ਇਸ ਭਾਂਡੇ ਨੂੰ ਮਾਂਜਣ ਦਾ ਸਾਧਨ ਹੈ ਸੰਗਤ। ਬਾਬਾ ਕਬੀਰ ਸਾਹਿਬ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਜੀ ਗਾਥਾ ਹੈ। ਉਹਨਾਂ ਕੋਲ ਕੋਈ ਪੁਰਖ ਆਇਆ ਵੀ ਮੈਨੂੰ ਵੀ ਦਿਓ ਜੀ ਉਪਦੇਸ਼ ਤੇ ਮੈਂ ਜਾਵਾਂ। ਬੜਾ ਭੱਜਾ, ਅਮੀਰ, ਧਨਾੜ, ਸਮਾਂ ਨਹੀਂ ਮੇਰੇ ਕੋਲ ਜੀ। ਬੜੀ ਦੁਨੀਆ ਐਸੀ ਮਿਲੇਗੀ, ਪੈਸੇ ਹੈਗੇ ਆ ਲੈ ਲਓ, ਸਮਾਂ ਨਹੀਂ ਹੈਗਾ। ਨਹੀਂ ਭਾਈ, ਪੈਸਿਆਂ ਤੋਲਿਆਂ ਨਹੀਂ ਮਿਲਣਾ, ਕੰਚਨ ਸਿਉ ਪਾਈਐ ਨਹੀਂ ਤੋਲ। ਬਾਬਾ ਜੀ ਨੇ ਵੇਖਿਆ ਵੀ ਬਹੁਤ ਉਤਾਵਲਾ। ਉਹ ਮੈਂ ਸੰਖੇਪ ਕਰਾਂ ਬਾਤ ਨੂੰ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਉੱਠਿਆ। ਹੁਣ ਬਚਨ ਚੱਲ ਰਹੇ ਸੀ, ਉਹ ਬੇਚੈਨ ਹੋਇਆ ਜੀ, ਮੈਨੂੰ ਵੀ ਉਪਦੇਸ਼ ਦਿਓ ਜੀ, ਮੈਂ ਵੀ ਆਇਆ ਜੀ। ਹੁਣ ਰੱਬੀ ਬਾਣੀ ਜਦੋਂ ਨਾਜ਼ਲ ਹੁੰਦੀ ਸੀ, ਉਤਰਦੀ ਸੀ, ਉਹ ਗੁਰ ਉਪਦੇਸ਼ ਲੋਕੀ ਦ੍ਰਿੜ ਕਰਦੇ ਸੀ। ਉਹਨਾਂ ਨੇ ਵੇਖ ਲਿਆ ਤੇ ਉਹ ਸਾਹਿਬ ਨੇ ਬਾਣੀ 'ਚ ਬਚਨ ਲਿਖਿਆ, ਓਏ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਚੇਤੀ ਨਹੀਂ ਲੱਗਦਾ ਉਹਨਾਂ ਦਾ, ਉੱਥੇ ਸੱਚ ਵਰਤਦਾ, ਕੁੜਿਆਰਾਂ ਚਿੱਤ ਉਦਾਸ। ਉਹਨਾਂ ਨੇ ਵਿਅੰਗ ਨਾਲ ਨਾ ਸਮਝਾਉਣ ਦਾ ਤਰੀਕਾ ਵੇਖੋ ਬਾਬਾ ਜੀ ਦਾ। ਕਹਿਣ ਲੱਗੇ ਕੀ ਦੇਵੇਂਗਾ? ਉਪਦੇਸ਼ ਮੰਗਣ ਵਾਲਿਆ। ਉਹ ਕਹਿੰਦਾ ਜੀ ਮੇਰੇ ਕੋਲ ਬੜਾ ਕੁਛ ਹੈ, ਦੱਸੋ ਕੀ ਦਿਆਂ? ਇਹਨੂੰ ਕਹਿੰਦੇ ਆ ਭਾਂਡਾ ਅਜੇ ਸਾਫ਼ ਨਹੀਂ ਹੈ। ਕੀ ਨਿਕਲ ਰਹੀ ਹੈ? ਹਉਮੈ, ਵੀ ਮੈਂ ਇਹ ਸੇਵਾ ਕੀਤੀ, ਮੈਂ ਇਹ ਸੇਵਾ ਕੀਤੀ। ਹੱਸ ਪਏ ਬਾਬਾ ਜੀ। ਕਹਿਣ ਲੱਗੇ ਚੱਲ ਇੱਦਾਂ ਕਰ, ਦੁੱਧ ਦਾ ਕਟੋਰਾ ਲੈ ਕੇ ਆ। ਉਹ ਗੜਵਾ ਦੁੱਧ ਦਾ ਲਿਆਇਆ ਭੱਜ ਕੇ, ਲਓ ਜੀ ਬਸ ਇਹੀ ਚਾਹੀਦਾ? ਕਹਿੰਦੇ ਨਹੀਂ। ਕਹਿੰਦੇ ਲੋਕ ਕਾਹਦੇ 'ਚ ਪਾਵਾਂ? ਤੇ ਉਹਨਾਂ ਨੇ ਨਾ ਮਲੀਨ ਜਿਹਾ ਇੱਕ ਗੰਦਾ ਮੈਲਾ ਕੁਚੈਲਾ ਬਰਤਨ ਜਰਜਰਾ ਉਹ ਕੀਤਾ ਅੱਗੇ, ਕਹਿੰਦੇ ਇਹਦੇ 'ਚ ਪਾ ਦੇ ਬਾਬਾ ਕਬੀਰ ਸਾਹਿਬ। ਤੇ ਬਰਤਨ ਵੱਲ ਵੇਖਦਾ ਤੇ ਸਮਝ ਆ ਗਈ ਵੀ ਬਹੁਤਾ ਗੰਦਾ। ਕਹਿਣ ਲੱਗਾ ਜੀ ਗੰਦਾ ਬੜਾ, ਇਹਨੂੰ ਸਾਫ਼ ਕਰਵਾ ਲਓ, ਨਹੀਂ ਤੇ ਫਾਇਦਾ ਕੋਈ ਨਹੀਂ ਹੋਣਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਆਹੀ ਤੈਨੂੰ ਸਮਝਾ ਰਹੇ ਆ, ਤੂੰ ਵਸਤ ਮੰਗਦਾ, ਇਹਨੂੰ ਸਾਫ਼ ਕਰ ਲੈ ਪਹਿਲਾਂ। ਸੋ ਇਸ ਭਾਂਡੇ ਨੂੰ
ਧੋਣ ਦਾ, ਚਿੱਤ ਨੂੰ ਨਿਰਮਲ ਕਰਨ ਦਾ ਸਾਧਨ ਸੰਗਤ ਹੈ। ਜੇ ਸੰਗਤ ਨਹੀਂ ਤੇ ਬਿਨ ਸੰਗਤ ਮੈਲ ਭਰੀਜੈ ਜੀਓ। ਇਹਨੂੰ ਮਾਂਜਣਾ ਹੈ ਮਿਲ ਸੰਤ ਸਭਾ, ਸੰਤ ਸਹਾਈ ਰਾਮ ਕੇ। ਹਾਂ, ਇਹ ਸ਼ਰਤ ਹੈ ਵੀ ਉਹ ਰਾਮ ਦੇ ਹੋਣ, ਧੜਿਆਂ ਦੇ ਨਾ ਹੋ ਜਾਣ ਕਿਤੇ ਸਾਧ ਸੰਗਤ। ਇਹ ਬਦਕਿਸਮਤੀ ਹੋ ਗਈ ਸਾਡੀ, ਧੜਿਆਂ ਨੇ ਮਾਰ ਲਿਆ ਅੱਜ ਸਾਨੂੰ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ, ਆਪਣੇ ਘਰਾਂ ਨੂੰ ਸਤ ਸੰਗੀ ਰੂਪ ਦਿਓ। ਬੱਚਿਆਂ ਨਾਲ ਭੋਜਨ ਛਕਣ ਲੱਗਿਆਂ, ਸੌਣ ਲੱਗਿਆਂ, ਜਗਾਉਂਦਿਆਂ ਕਿਤੇ ਗੁਰੂ ਚੇਤੇ ਆਵੇ। ਰੋਟੀ ਪਕਾਉਂਦਿਆਂ, ਵਰਤਾਉਂਦਿਆਂ, ਤੇ ਸੱਚੀ ਮੁੱਚੀ ਜਿੱਥੇ ਫਿਰ ਵਾਹਿਗੁਰੂ ਚੇਤੇ ਆਉਂਦਾ ਨਾ, ਉਹ ਸੱਚਖੰਡ ਬਣ ਜਾਂਦੇ ਘਰ। ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਤੇ ਤੁਹਾਡੇ ਹੱਥ ਵਿੱਚ ਬਹੁਤ ਕੁਝ ਹੈ। ਤੁਸੀਂ ਸੱਚਖੰਡ ਵੀ ਬਣਾ ਸਕਦੇ ਹੋ ਤੇ ਉਜਾੜ ਵੀ ਬਣਾ ਸਕਦੇ ਹੋ ਭਾਈ। ਜਹ ਘਰ ਸਾਧ ਨਾ ਸੇਵਿਓ ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖੀ। ਮੜੀਆਂ ਵਰਗੇ ਹੋ ਜਾਂਦੇ ਜੀ ਉਹ ਘਰ। ਸੋ ਇੱਕ ਉਪਦੇਸ਼ ਪੱਲੇ 'ਚ ਬੰਨ ਲਈਏ ਅੱਜ, ਕਿ ਅਸੀਂ ਗੁਰਦੁਆਰੇ ਵਾਲੀ ਸੰਗਤ ਜਿਹੜੀ ਹੈ ਨਾ, ਜੋ ਇੱਥੋਂ ਵਿਚਾਰਾਂ ਦਾ, ਸ਼ੁਭ ਵਿਚਾਰਾਂ ਦਾ ਆਦਾਨ ਪ੍ਰਦਾਨ ਆਪਣੇ ਘਰ ਲੈ ਕੇ ਜਾਣਾ। ਘਰ ਦੇ ਡਰਾਇੰਗ ਰੂਮ 'ਚ, ਘਰ ਦੇ ਬੈੱਡਰੂਮ ਵਿੱਚ, ਘਰ ਦੀ ਰਸੋਈ ਵਿੱਚ ਗੁਰੂ ਆਵੇ, ਫਿਰ ਘਰ ਸੱਚਖੰਡ ਬਣਨਗੇ, ਸੁੱਖ ਆਏਗਾ। ਔਰ ਐਸਾ ਸੁੱਖ ਫਿਰ ਪਤਾ ਲੱਗੇਗਾ। ਉਹ ਮੈਂ ਤਾਂ ਸੋਚਿਆ ਸੀ ਸੋਫੇ ਤੇ ਬੈੱਡ ਖਰੀਦ ਕੇ ਹੀ ਸੁੱਖ ਆਉਣਾ, ਪਤਾ ਤੇ ਹੁਣ ਲੱਗਿਆ ਵੀ ਸੁੱਖ ਕਿਹਨੂੰ ਕਹਿੰਦੇ ਆ। ਮਹਾਰਾਜ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਸਿੱਖੀ ਸਿਦਕ ਬਖਸ਼ਣ, ਨਾਮ ਦੀ ਦਾਤ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾ ਸਲੋਕ ਪਰਿਵਾਰਾਂ ਨੂੰ ਲੈ ਕੇ ਸ਼ੁਰੂ ਕਰ ਲਈਏ ਆਪਾਂ ਸਾਰੇ, ਵੀ ਇਕੱਠੇ ਬਹਿ ਕੇ ਪੜ੍ਹਿਆ ਕਰਾਂਗੇ, ਆਨੰਦ ਵਰਤੇਗਾ। ਯਕੀਨ ਕਰਿਓ ਸਾਧ ਸੰਗਤ। ਸਭ ਦਾ ਧੰਨਵਾਦ, ਅਸੀਸ ਦੇਣੀ। ਮੈਂ ਬਹੁਤ ਰਿਣੀ ਹਾਂ ਵੀ ਸਾਰੇ ਵੀਰ ਪੱਲੇ ਮੇਰੇ ਕੁਝ ਨਹੀਂ, ਪਰ ਆਵਾਜ਼ ਮਾਰ ਕੇ ਤੁਹਾਡੀਆਂ ਅਸੀਸਾਂ ਝੋਲੀ 'ਚ ਪਵਾ ਦਿੰਦੇ ਆ। ਔਰ ਸਭ ਤੋਂ ਵੱਡੀ ਇਹ ਪ੍ਰਸੰਨਤਾ ਹੁੰਦੀ ਹੈ, ਸਫਰੇ ਸ਼ਹਾਦਤ ਤੁਸੀਂ ਲਾਹਾ ਲੈਂਦੇ ਹੋ, ਉਹਦੇ ਵਿੱਚ ਸੰਗਤ ਨੂੰ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹ ਸਾਰੀਆਂ ਅਕੈਡਮੀਜ਼ ਬੜੂ ਸਾਹਿਬ ਵਾਲੀਆਂ ਜਿੰਨੀਆਂ ਨੇ ਅਕਾਲ ਅਕੈਡਮੀਜ਼, ਉਹ ਵੱਡਾ ਯੋਗਦਾਨ ਪਾਉਂਦੀਆਂ ਸੰਗਤ ਨੂੰ ਆਪਣੀ ਟਰਾਂਸਪੋਰਟ ਰਾਹੀਂ, ਹੋਰ ਸੇਵਾਵਾਂ। ਸੋ ਮਹਾਰਾਜ ਇੱਦਾਂ ਹੀ ਪਿਆਰ, ਉਤਸ਼ਾਹ, ਜਜ਼ਬਾ ਬਖਸ਼ ਕੇ ਰੱਖਣ। ਮੈਂ ਸਾਰੇ ਗੁਰਸਿੱਖਾਂ ਦਾ, ਸਾਰੇ ਸੇਵਾਦਾਰ ਵੀਰਾਂ ਦਾ, ਸਾਰੀ ਸੰਗਤ ਦਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਮਹਾਰਾਜ ਜੀ ਚੜ੍ਹਦੀ ਕਲਾ ਤੇ ਪਿਆਰ ਬਖਸ਼ਣ, ਮੇਰੀ ਝੋਲੀ 'ਚ ਅਸੀਸਾਂ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।